परम सत्कारयोग सतगुरां दी साजी और नवाजी हुई साध संगत जीओ, काफ़ी समय तो लै करके गुरमुख प्यारिਆਂ ਦੇ पासों रब्बी गुरबाणी दे जाप सरवण करते आ रहे सी। धनता दे योग हों महाराज जी कहते बड़े भाग उन्हां गुरसिखां दे ਜਿਹੜੇ गुरु चरणों ਦੇ ਵਿੱਚ ਪਹੁੰਚਦੇ ਨੇ ਸੁਣਦੇ ਨੇ। ਸਭ ਤੋਂ ਵੱਡੇ ਭਾਗ ਉਹਨਾਂ ਗੁਰਸਿੱਖਾਂ ਦੇ, ਮਹਾਰਾਜ ਜੀ ਕਹਿੰਦੇ ਸਭ ਤੋਂ ਵੱਡੇ ਭਾਗ ਉਹਨਾਂ ਗੁਰਸਿੱਖਾਂ ਦੇ ਨੇ ਜਿਹੜੇ ਗੁਰੂ ਦੇ ਚਰਨਾਂ ਦੇ ਵਿੱਚ ਬੈਠ ਕੇ ਗੁਰਬਾਣੀ ਨੂੰ ਪੜ੍ਹਦੇ ਨੇ, ਵਿਚਾਰਦੇ ਨੇ। ਆਓ ਆਪਾਂ ਸਾਰੇ ਹੀ ਵੱਡੇ ਕਰਮਾਂ ਵਾਲੇ ਹਾਂ, ਵੱਡੇ ਭਾਗਾਂ ਵਾਲੇ ਹਾਂ। ਆਓ ਬਾਕੀ ਰਹਿੰਦਾ ਸਮਾਂ गुरबाणी दियां विचारां श्रवण करके अपने समय और सवासां नूं सफले बनाउण दा यतन करिए। की कहंदे ने सतगुरु गुरु नानक देव महाराज जी आसा राग दे विच, आओ श्रवण करो। आसा महला पहला। पहले पातशाह गुरु नानक देव महाराज जी फरमान करते ने, दीवा मेरा एक नाम दुख बिच पाया तेल, उन चानन ओ सोखिया चुका जम स्यों मेल। सतगुरु गुरु नानक देव महाराज जी कहते केवल नाम ही मेरा चिराग है, दीवा है, ਅਤੇ ਦੁੱਖ ਰੂਪੀ ਤੇਲ ਮੈਂ ਉਸ ਵਿੱਚ ਪਾਇਆ ਹੈ। ਨਾਮ ਦੇ ਚਿਰਾਗ ਦੀ ਰੋਸ਼ਨੀ ਨੇ ਦੁੱਖ ਤੇ ਤੇਲ ਨੂੰ ਸੁਕਾ ਦਿੱਤਾ ਹੈ ਅਤੇ ਮੈਂ ਮੌਤ ਦੇ ਦੂਤ ਨੂੰ ਮਿਲਣ ਤੋਂ ਬਚ ਗਿਆ, ਜਮਦੂਤਾਂ ਤੋਂ ਬਚ ਗਿਆ। ਜਿਹੜਾ दुख रूपी तेल सी, चिराग दी रोशनी ने दुख दे तेल नूं सुका दिता। जिहड़ा नाम है ये दुखां नूं दूर कर दिंदा है। जितनी भी गुरबाणी है ਉਹ ਪਿਆਰਿਓ ਸਾਨੂੰ ਸਾਰੀ ਨਾਮ ਦਾ ਸਿਮਰਨ ਕਰਨ ਵਾਸਤੇ ਕਹਿੰਦੀ ਹੈ। ਜਦੋਂ ਨਾਮ ਜਪਣਾ ਸ਼ੁਰੂ ਕਰ ਦਿੱਤਾ ਦੁੱਖਾਂ ਦਾ ਤਾਂ ਨਾਸ ਹੋਣਾ ਹੀ ਹੋਣਾ। ਇੱਥੋਂ ਤੱਕ ਵੀ ਮਹਾਰਾਜ ਜੀ ਨੇ ਦੱਸਿਆ, ਕਹਿੰਦੇ ਅੰਤ ਵੇਲੇ ਜਮਦੂਤ ਵੀ ਨੇੜੇ ਨਹੀਂ ਲੱਗਣਗੇ। ਆਖੋ ਸਤਨਾਮ। ਕੀ ਕਹਿੰਦੇ ਨੇ ਅੱਗੇ, ਲੋਕਾਂ ਮਤ ਕੋ ਪਕੜ ਪਾਏ, ਲੱਖ ਮੜਿਆ ਕਰ ਇਕੱਠੇ ਕਰਤੀ ਲੈ ਪਾਏ ਰਹਾ। हे ਲੋਕੋ ਤੁਸੀਂ ਮੇਰਾ ਮਖੌਲ ਨਾ ਉਡਾਓ। ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ हे ਲੋਕੋ ਮੇਰਾ ਮਖੌਲ ਨਾ ਉਡਾਓ। ਲੱਖਾਂ ਲੱਕੜਾਂ ਦੇ ਖੁੰਡ ਦੇ ਇਕੱਠੇ ਕੀਤੇ ਹੋਏ ਢੇਰ ਨੂੰ ਸੜ ਵੇਖਣ ਲਈ ਭੋਰਾ ਭਰ ਅੱਗ ਦੀ ਲੋੜ ਹੈ। ਕਹਿੰਦੇ ਥੋੜੀ ਜੀ ਅੱਗ ਦੀ ਲੋੜ ਆ, ਲੱਖਾਂ ਹੀ ਲੱਕੜ ਦੇ ਖੁੰਡ ਇਕੱਠੇ ਕਰ ਲੋ। ਖੁੰਡ ਬਹੁਤ ਥੋੜੀ ਅੱਗ ਦੀ ਲੋੜ ਆ, ਸਾੜ ਕੇ ਉਹਨੂੰ ਸੁਆਹ ਕਰ ਦੇਣਗੇ। ਆਖੋ ਸਤਨਾਮ। ਲੱਖਾਂ ਹੀ ਪਾਪ ਜੋ ਸਾਡੇ ਅੰਦਰ ਇਕੱਠੇ ਹੋਏ ਨੇ, ਇਹਨੂੰ ਨਾਮ ਰੂਪੀ ਅੱਗ ਦੀ ਲੋੜ ਆ, ਨਾਮ ਦੀ ਲੋੜ ਆ। ਜਦੋਂ ਤੁਸੀਂ ਲੱਕੜ ਦੇ ਢੇਰ ਕੋਲ ਖੁੰਡਾਂ ਦੇ ਖੁੰਡ ਕੋਲ ਅੱਗ ਲਾਤੀ ਨਾ, ਮੜੀ ਜੀ ਲਵੇ ਲੱਗੀ ਅੱਗ,
ਸੜ ਕੇ ਸਾਰੇ ਸਵਾਹ ਹੋ ਜਾਣਗੇ, ਰਾਖ ਬਣ ਜਾਣਗੇ। ਇਸੇ ਤਰ੍ਹਾਂ ਜਿਤਨੇ ਵੀ ਸਰੀਰ ਦੇ ਵਿੱਚ ਪਾਪ ਨੇ, ਔਗਣ ਨੇ, ਜਦੋਂ ਨਾਮ ਰੂਪੀ ਅੱਗ ਭਾਵ ਕਿ ਆ ਨਾਮ ਹਿਰਦੇ ਅੰਦਰ ਜਪ ਲਿਆ ਨਾ, ਤੇਰੇ ਸਾਰੇ ਔਗਣਾਂ ਦਾ, ਪਾਪਾਂ ਦਾ ਨਾਸ ਹੋ ਜੂਗਾ। ਕੋ ਸਤਨਾਮ। ਅੱਗੇ ਕੀ ਕਹਿੰਦੇ ਨੇ ਸੁਣੋ ਜਰਾ। ਪਿੰਡ ਪੱਤਲ ਮੇਰੀ ਕੇਸੋ ਕਿਰਿਆ, ਸਚ ਨਾਮ ਕਰਤਾਰ। ਇੱਥੇ ਉੱਥੇ ਅੱਗੇ ਪਾਸੈ, ਓ ਮੇਰਾ ਆਧਾਰ। हे प्रभु, प्रभु ही मेरे जीवां दे पिन ते पत्ते दियां पलेटा है। सिरजनहार दा सच्चा नाम मेरे मृतक संस्कार हन। ਇੱਥੇ ਉੱਥੇ ਆਗੇ ਪਾਸੈ, ਓ ਮੇਰਾ ਆਧਾਰ। ਸਤਿਗੁਰੂ ਜੀ ਕਹਿੰਦੇ ਇੱਥੇ ਤੇ ਉੱਥੇ, ਭੂਤ ਅਤੇ ਭਵਿੱਖ ਵਿੱਚ ਇਹ ਹੀ ਮੇਰਾ ਆਸਰਾ ਹੈ। ਨਾਮ ਹੀ ਮੇਰਾ ਆਸਰਾ। ਇੱਥੇ ਵੀ ਆਸਰਾ ਹੈ ਤੇ ਅੱਗੇ ਵੀ ਆਸਰਾ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਹੈ। गंग बनारस सिवत तुम्हारी, नावै आत्म राओ। सच्चा नावण ता थिया, जा ऐनस लागै भाओ। कहंदे तेरी कीर्ति मेरी गंगा अते कांसी है, ਅਤੇ ਮੇਰੀ ਵਿਆਪਕ ਰੂਹ ਉੱਥੇ ਇਸ਼ਨਾਨ ਕਰਦੀ ਆ। ਆ ਜਿਹੜਾ ਗੰਗਾ ਰੂਪੀ ਵਾਹਿਗੁਰੂ, ਆ ਨਾਮ ਰੂਪੀ ਜਿਹੜੀ ਗੰਗਾ ਵਗ ਰਹੀ ਆ, ਇਹ ਚ ਕਿਹਨੂੰ ਇਸ਼ਨਾਨ ਕਰਾਉਣਾ? ਆਤਮਾ ਨੂੰ ਕਰਾਉਣਾ। ਆਖੋ ਸਤਨਾਮ। ਆਤਮਾ ਨੂੰ ਇਸ਼ਨਾਨ ਕਰਾਉਣਾ। ਆ ਜਿਹੜੀ ਗੰਗਾ ਨਾਮ ਰੂਪੀ ਗੰਗਾ ਵਗ ਰਹੀ ਆ। ਜੇਕਰ ਦਿਨ ਰਾਤ ਮੇਰੀ ਪ੍ਰੀਤ तेरे नाल लगी रहे, तद ओह सच्चा इंसान बन जाता। आखो सतनाम। तद ओह सच्चा इंसान बन जाता। इक लोकी होर समसरी, ब्राह्मण बट पिंड खाए। महाराज जी कहते कई जमां दे पिन्ने ਵੱਡੇ ਵਡੇਰਿਆਂ ਤੇ ਹੋਰਸ ਦੇਵਤਿਆਂ ਨੂੰ ਦਿੱਤੇ ਜਾਂਦੇ ਹਨ, ਪਰੰਤੂ ਪੰਡਤ ਹੀ ਉਹਨਾਂ ਨੂੰ ਗੁੰਨ ਕੇ ਖਾ ਜਾਂਦਾ ਹੈ। ਨਾਨਕ ਪਿੰਡ ਬਖਸ਼ੀਸ ਕਾ ਕਬੂ ਨਾਨਕ ਉਠਸ ਨਾਹੀ। ਮਹਾਰਾਜ ਜੀ ਕਹਿੰਦੇ ਪ੍ਰਭੂ ਦੀ ਦਾਤ ਰੂਪੀ ਚੌਲਾਂ ਦੇ ਪਿੰਨੇ ਕਦਾ ਚਿੱਤ ਮੁੱਕਦੇ ਨਹੀਂ। ਨਾਮ ਰੂਪੀ ਪ੍ਰਭੂ ਦੀ ਦਾਤ ਰੂਪੀ ਚੌਲਾਂ ਦੇ ਪਿੰਨੇ ਕਦੇ ਵੀ ਮੁੱਕਦੇ ਨਹੀਂ। ਆਸਾ ਕਰ ਚੌਥਾ ਮਹੱਲਾ ਪਹਿਲਾ। ਇੱਕ ਓੰਕਾਰ सतगुर प्रसाद। वाहिगुरु भाई, वाहिगुरु केवल एक है। सच्चे गुरां दी दया द्वारा ओह पाया जाता है। देवतियां दर्शन कै ताई, दुख भुख तीर्थ किए। जोगी जति जुगत में रहते, कर कर भगवे पेख किए। की कहते ने गुरु नानक देव महाराज जी? महाराज जी कहते देवतियां दर्शन कै ताई, दुख भुख
ਤੀਰਥ ਕੀਏ। ਸਾਹਿਬ ਦਾ ਦੀਦਾਰ ਦੇਖਣ ਲਈ ਦੇਵਤਿਆਂ ਨੇ ਤਕਲੀਫ ਦੇ ਭੁੱਖ ਸਹਾਰੀ। ਉਹ ਪਰਮੇਸ਼ਰ ਦਾ ਦਰਸ਼ਨ ਦੇਖਣ ਦੇ ਲਈ ਦੇਵਤਿਆਂ ਨੇ ਭੁੱਖ ਅਤੇ ਤਕਲੀਫ ਸਹਾਰੀ ਅਤੇ ਧਰਮ ਅਸਥਾਨਾਂ ਤੇ ਚੱਕਰ ਕੱਟੇ। ਜੋਗੀ ਅਤੇ ਪਰਹੇਜ਼ਗਾਰ ਨਿਯਮ ਬੁੱਧ ਰਹਿੰਦੇ ਹਨ ਅਤੇ ਗੇਰੂ ਰੰਗ ਦੇ ਵਸਤਰ ਪਹਿਨ ਕੇ ਸਾਧੂ ਹੋ ਗਏ ਹਨ। ਤੋ ਕਾਰਨ ਸਾਹਿਬ ਰੰਗ ਰਤੇ, ਤੇਰੇ ਨਾਮ ਅਨੇਕ ਰੂਪ ਅਨੰਤ ਕਹਿਣ ਨਾ ਜਾਈ, ਤੇਰੇ ਗੁਣ ਕੀਤੇ। ਸਤਿਗੁਰੂ ਜੀ ਕਹਿੰਦੇ ਤੇਰੀ ਖਾਤਰ ਇਹ ਸਾਈਆਂ ਉਹ ਪਿਆਰ ਨਾਲ ਰੰਗੀਜੇ ਹਨ। ਬੜੇ ਹਨ ਤੇਰੇ ਬੇਅੰਤ ਨਾਮ, ਤੇਰੇ ਸਰੂਪ ਕਿੰਨੀਆਂ ਹਨ ਤੇਰੀਆਂ ਸ੍ਰੇਸ਼ਟਤਾਈਆਂ, ਕਹੀਆਂ ਨਹੀਂ ਜਾ ਸਕਦੀਆਂ। ਆਖੋ ਸਤਿਨਾਮ। ਦਰ ਕਰ ਮਹਿਲਾ ਹਾਥੀ ਘੋੜੇ, ਸੋਢ ਬਲਾਇਤ ਦੇਸ ਗਏ। ਪੀਰ ਪੈਗੰਬਰ ਸਾਲਕ ਸਾਧਕ, ਛੋਡੀ ਦੁਨੀਆ ਥਾਏ ਪਏ। ਮਹਾਰਾਜ ਜੀ ਕਹਿੰਦੇ ਘਰ-ਬਾਰ, ਮੰਦਰ, ਹਾਥੀ ਘੋੜੇ, ਆਪਣਾ ਵਤਨ ਤਿਆਗ ਕੇ ਬੰਦੇ ਤੇਰੀ ਖੋਜ ਭਾਲ ਅੰਦਰ ਪਰਦੇਸੀ ਚਲੇ ਗਏ ਹਨ। ਧਾਰਮਿਕ ਆਗੂ ਅਵਤਾਰ ਰਹਿਮਨਾ ਅਤੇ ਸਿਦਕਵਾਨ ਮਾਇਆ ਨੂੰ ਤਿਆਗ ਕੇ ਕਬੂਲ ਪੈ ਗਏ ਹਨ। ਸਾਧ ਸਹਿਜ ਸੁਖ ਰਸ ਕਛ ਤਜੀਐ ਲੇ, ਕਾਪੜ ਸੋਡੇ ਚਮੜ ਲੀਏ। ਦੁਖੀਏ ਦਰਦਵੰਤ ਦਰ ਤੇਰੇ, ਨਾਮ ਰਤੇ ਦਰ ਭਏ। ਸਤਿਗੁਰੂ ਜੀ ਕਹਿੰਦੇ ਸਵਾਦ, ਆਰਾਮ, ਖੁਸ਼ੀ, ਨਿਆਮਤਾਂ ਤਿਆਗ ਕੇ ਕਈਆਂ ਨੇ ਕੱਪੜੇ ਉਤਾਰ ਕੇ ਖੱਲਾਂ ਪਾ ਲਈਆਂ। ਤੇਰੇ ਨਾਮ ਨਾਲ ਰੰਗੀਜੇ ਹੋਏ ਕਸ਼ਟ ਪੀੜਤ ਅਤੇ ਗਮਾਂ ਮਾਰੇ ਪ੍ਰਾਣੀ ਤੇਰੇ ਦਰਵਾਜ਼ੇ ਦੇ ਭਿਖਾਰੀ ਬਣ ਗਏ ਹਨ। ਤੇਰੇ ਦਰ ਦੇ ਭਿਖਾਰੀ ਬਣ ਗਏ ਹਨ। ਖੱਲੜੀ ਖੱਪਰੀ ਲੱਕੜੀ ਚਮੜੀ, ਸਿੱਖਾਂ ਸੂਤ ਧੋਤੀ ਕੀਨੀ। ਤੈਨੂੰ ਢੂੰਡਣ ਲਈ ਕਈ ਚਮੜਾ ਪਾਉਣ ਵਾਲੇ, ਠੂਠੇ ਵਿੱਚ ਭਿੱਖਿਆ ਮੰਗਣ ਵਾਲੇ, ਕਾਠ ਦਾ ਡੰਡਾ ਧਾਰੀ ਅਤੇ ਮਿਰਗਸਾਲਾ ਪਹਿਨਣ ਵਾਲੇ ਹੋ ਜਾਂਦੇ ਹਨ। ਹੋਰ ਬੋਧੀ ਜਨੇਊ ਅਤੇ ਧੇੜ ਧੋਤੀ ਚਾਦਰ ਧਾਰਨ ਕਰਦੇ ਨੇ। ਤੂੰ ਸਾਹਿਬ ਹੋ ਸੰਗੀ ਤੇਰਾ, ਪਰਨਵੈ ਨਾਨਕ ਜਾਤ ਕੈਸੀ। ਤੂੰ ਸੁਆਮੀ ਹੈ, ਮੈਂ ਤੇਰਾ ਬਹਿਰੂਪੀਆ ਹਾਂ। ਨਾਨਕ ਬੇਨਤੀ ਕਰਦਾ ਹੈ, ਮੇਰਾ ਵਰਨ ਕੀ ਹੋ ਸਕਦਾ। ਮੇਰਾ ਵਰਨ ਭਾਵ ਕਿ ਮੇਰੀ ਜਾਤ ਕੀ ਹੋ ਸਕਦਾ ਹੈ। ਆਸਾ ਮਹੱਲਾ ਪੰਜਵਾਂ। ਆਸਾ ਕਰ ਪੰਜਵਾਂ ਮਹੱਲਾ ਪਹਿਲਾ। ਇਕ ਓੰਕਾਰ ਸਤਿਗੁਰ ਪ੍ਰਸਾਦ। ਵਾਹਿਗੁਰੂ ਕੇਵਲ ਇੱਕ ਹੈ। ਇੱਕ ਓੰਕਾਰ। ਉਹ ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਰਹਿਮਤ ਦਾ ਸਦਕਾ ਉਹ ਪ੍ਰਾਪਤ ਹੁੰਦਾ ਹੈ। ਪੀਤਰ ਪੰਚ ਗੁਪਤ ਮਨ ਵਾਸੇ,
ਭੀਤਰ ਪੰਚ ਗੁਪਤ ਮਨ ਵਾਸੇ, ਥਿਰ ਨਾ ਰਹੇ ਜੈਸੇ ਭਵੇ ਉਦਾਸੇ। ਮਹਾਰਾਜ ਜੀ ਕਹਿੰਦੇ ਮੰਦੇ ਪੰਜ ਮੰਦੇ ਵਿਸੇ ਬੇਗ, ਲੁਕ ਕੇ ਚਿੱਤ ਅੰਦਰ ਵਸਦੇ ਹਨ। ਇਹ ਜਿਹੜੇ ਪੰਜ ਮੰਦੇ ਬੇਗ ਵਿਸੇ ਨੇ ਨਾ, ਇਹ ਸਾਡੇ ਸਰੀਰ ਦੇ ਅੰਦਰ ਲੁਕੇ ਹੋਏ ਨੇ। ਪੰਜੇ ਮੰਦੇ ਵਿਸੇ ਬੇਗ, ਲੁਕ ਕੇ ਚਿੱਤ ਅੰਦਰ ਵਸਦੇ ਹਨ। ਅਤੇ ਥਿਰ ਨਾ ਰਹਿ ਜੈਸੇ ਪਵੇ ਉਦਾਸੇ, ਕਹਿੰਦੇ ਉਹ ਸਥਰ ਨਹੀਂ ਰਹਿੰਦੇ, ਭਾਵ ਕਿ ਉਹ ਟਿਕ ਕੇ ਨਹੀਂ ਰਹਿੰਦੇ। ਅਤੇ ਭਗੌੜੇ ਦੀ ਤਰ੍ਹਾਂ ਭਟਕਦੇ ਫਿਰਦੇ ਨੇ, ਭੱਜਦੇ ਫਿਰਦੇ ਨੇ, ਕਦੇ ਇੱਧਰ ਨੂੰ ਕਦੇ ਇੱਧਰ ਨੂੰ। ਨਾਲ ਆਪ ਤਾਂ ਭੱਜਦੇ ਫਿਰਦੇ ਨੇ, ਨਾਲ ਆਤਮਾ ਨੂੰ ਵੀ ਭਜਾਈ ਫਿਰਦੇ ਨੇ। ਆਖੋ ਸਤਿਨਾਮ। ਇਹੀ ਨਹੀਂ ਆਤਮਾ ਨੂੰ ਜੁੜਨ ਦਿੰਦੇ ਪਰਮਾਤਮਾ ਦੇ ਨਾਲ, ਇਹੀ ਨਹੀਂ ਜੁੜਨ ਦਿੰਦੇ ਆਤਮਾ ਨੂੰ ਪਰਮਾਤਮਾ ਦੇ ਨਾਲ। ਪੰਜੇ ਵਿਸੇ ਬੇਗ। ਮਨ ਮੇਰਾ ਦਿਆਲ ਸੇਤੀ, ਥਿਰ ਨਾ ਰਹੈ, ਲੋਭੀ ਕਪਟੀ ਪਾਪੀ ਪਖੰਡੀ, ਮਾਇਆ ਅਦਕ ਲਗੈ ਰਹਾ। ਮੇਰੀ ਆਤਮਾ ਮਿਹਰਬਾਨ ਮਾਲਕ ਨਾਲ ਬੱਝੀ ਹੋਈ ਨਹੀਂ ਰਹਿੰਦੀ। ਲਾਲਚੀ, ਧੋਖੇਬਾਜ਼, ਅਪਰਾਧੀ ਅਤੇ ਦੰਭੀ ਆਤਮਾ ਦੁਨੀਆਦਾਰੀ ਨਾਲ ਬੜੀ ਜੁੜੀ ਹੋਈ ਆ। ਇਹ ਆਤਮਾ ਦੁਨੀਆਦਾਰੀ ਨਾਲ ਬੜੀ ਜੁੜੀ ਹੋਈ ਆ। ਹਾਲਾਂਕਿ ਇਹ ਆਤਮਾ ਨੂੰ ਪਰਮਾਤਮਾ ਦੇ ਨਾਲ ਜੋੜਨਾ ਸੀ, ਪਰ ਅਸੀਂ ਗੁਰਮੁਖ ਪਿਆਰੇ ਦੁਨਿਆਵੀ ਕੰਮਾਂ ਕਾਰਾਂ ਦੇ ਵਿੱਚ ਇੰਨੇ ਰੁੱਝ ਗਏ, ਇੰਨੇ ਫਸ ਗਏ ਆ। ਇਸੇ ਆਤਮਾ ਨੂੰ ਆਪਾਂ ਨੇ ਦੁਨਿਆਵੀ ਕੰਮਾਂ ਕਾਰਾਂ ਦੇ ਨਾਲ ਜੋੜ ਲਿਆ। ਆਖੋ ਸਤਿਨਾਮ। ਜੋੜਨਾ ਸੀ ਨਾਮ ਦੇ ਨਾਲ, ਪਰ ਜੁੜ ਗਏ ਆ ਕੰਮਾਂ ਕਾਰਾਂ ਦੇ ਨਾਲ। ਫੂਲ ਮਾਲਾ ਗਲ ਪਹਿਰੋਗੀ ਹਾਰੋ, ਮਿਲੇਗਾ ਪ੍ਰੀਤਮ ਤਬ ਕਰੋਗੀ ਸਿਗਾਰੋ। ਮਹਾਰਾਜ ਜੀ ਕਹਿੰਦੇ ਮੈਂ ਆਪਣੀ ਗਰਦਨ ਨੂੰ ਫੁੱਲਾਂ ਦੇ ਹਾਰ ਨਾਲ ਸੁਸ਼ੋਭਿਤ ਕਰੂੰਗਾ। ਜਦ ਮੈਂ ਆਪਣੇ ਪਿਆਰੇ ਨੂੰ ਮਿਲੂੰਗੀ ਤਦ ਮੈਂ ਹਾਰ ਸ਼ਿੰਗਾਰ ਲਾਵਾਂਗੀ। ਪੰਚ ਸਖੀ ਹਮ ਏਕ ਪਿਤਾਰੋ, ਪੇੜ ਲੱਗੀ ਹੈ ਜਿਹੜੇ ਚੱਲਣ ਹਾਰੋ। ਮੇਰੀਆਂ ਪੰਜ ਸਹੇਲੀਆਂ ਹਨ ਅਤੇ ਇੱਕ ਕੰਤਾ। ਮੇਰੀਆਂ ਪੰਜ ਸਹੇਲੀਆਂ ਤੇ ਇੱਕ ਕੰਤ ਹੈ। ਕੌਣ ਕਹਿੰਦਾ? ਆਤਮਾ। ਪੰਜ ਸਹੇਲੀਆਂ ਕਿਹਨੂੰ? ਕਾਮ ਕ੍ਰੋਧ ਲੋਭ ਮੋਹ ਹੰਕਾਰ। ਤੇ ਕੰਤ ਉਹ ਪਰਮਾਤਮਾ। ਮੇਰਾ ਇੱਕ ਪਰਮਾਤਮਾ ਹੈ ਤੇ ਪੰਜ ਮੇਰੀਆਂ ਸਹੇਲੀਆਂ ਕਾਮ ਕ੍ਰੋਧ ਲੋਭ ਮੋਹ ਹੰਕਾਰ। ਇਹ ਮੁੱਢਲੀ ਭਾਵੀ ਹੈ ਕਿ ਆਤਮਾ ਤੁਰ ਜਾਣ ਵਾਲੀ ਹੈ। ਪੰਜ ਸਖੀ ਮਿਲ ਰੁਦਨ ਕਰਿਆ, ਸਾਹੂ ਪੂਜਤਾ ਪਰਣਵਤ ਨਾਨਕ ਲੇਖਾ ਦੇਹਾ। ਪੰਜ ਸਹੇਲੀਆਂ ਮਿਲ ਕੇ ਬਿਰਲਾਪ ਕਰਦੀਆਂ ਹਨ। ਨਾਨਕ ਬੇਨਤੀ ਕਰਦਾ ਹੈ। ਮਹਾਰਾਜ ਜੀ ਕਹਿੰਦੇ ਮੈਂ ਬੇਨਤੀ ਕਰਦਾ ਹਾਂ। ਜਦ ਆਤਮਾ ਪਕੜੀ ਜਾਂਦੀ ਹੈ ਤਦ ਇਸ ਨੂੰ ਹਿਸਾਬ ਕਿਤਾਬ ਦੇਣਾ ਪੈਂਦਾ। ਜਦ ਆਤਮਾ ਪਕੜੀ ਜਾਂਦੀ ਹੈ ਤਦ ਇਹਨੂੰ ਹਿਸਾਬ ਕਿਤਾਬ ਦੇਣਾ ਪੈਂਦਾ।
ਹੁਣ ਆਤਮਾ ਨੂੰ ਕੌਣ ਲੈ ਕੇ ਜਾਂਦਾ ਪਕੜ ਕੇ? ਜਿਹੜੀਆਂ ਤਾਂ ਜਪਦੀਆਂ ਨੇ ਨਾਮ, ਕਰਦੀਆਂ ਨੇ ਸੇਵਾ ਭਜਨ ਬੰਦਗੀ, ਗੁਰੂ ਦੇ ਦਰਸ਼ਨ ਕਰਦੀਆਂ ਨੇ, ਗੁਰੂ ਦੀ ਬਾਣੀ ਸੁਣਦੀਆਂ ਨੇ, ਉਹ ਆਤਮਾ ਨੂੰ ਤਾਂ ਲੈ ਕੇ ਜਾਂਦੇ ਆ। ਦੇਵਤੇ ਉਹਨਾਂ ਦੀ ਡਿਊਟੀ ਲੱਗਦੀ ਆ। ਗੁਰਬਾਣੀ ਕਹਿੰਦੀ ਆ, ਮੈਂ ਨਹੀਂ ਕਹਿੰਦਾ, ਗੁਰਬਾਣੀ ਮੰਨਦੀ ਆ, ਸਾਨੂੰ ਵੀ ਮੰਨਣਾ ਪੈਣਾ। ਉਹਨਾਂ ਨੂੰ ਤਾਂ ਲੈ ਕੇ ਜਾਂਦੀਆਂ ਦੇਵਤੇ, ਤੇ ਜਿਹੜੇ ਆਤਮਾ ਨਾਮ ਨਹੀਂ ਜਪਦੀਆਂ, ਗੁਰਬਾਣੀ ਨਹੀਂ ਸੁਣਦੀਆਂ, ਪਰਮੇਸ਼ਰ ਦਾ ਨਾਮ ਨਹੀਂ ਜਪਦੀਆਂ, ਉਹਨਾਂ ਨੂੰ ਲੈ ਕੇ ਜਾਂਦੇ ਨੇ ਜਮਦੂਤ। ਆਖੋ ਸਤਨਾਮ। ਫਿਰ ਉੱਥੇ ਪੁੱਛਦੇ ਨੇ ਹਿਸਾਬ ਕਿਤਾਬ। ਸੁਣੋ ਬਾਣੀ ਕੀ ਕਹਿੰਦੀ ਹੈ। ਸਾਹੋ ਪੂਜਤਾ ਪ੍ਰਣਵਤ ਨਾਨਕ ਲੇਖਾ ਦੇਹਾ। ਕਹਿੰਦੇ ਲੇਖਾ ਹਿਸਾਬ ਕਿਤਾਬ ਦੇਣਾ ਪੈਂਦਾ ਹੈ। ਮਹਾਰਾਜ ਜੀ ਕਹਿੰਦੇ ਮੈਂ ਬੇਨਤੀ ਕਰਦਾ ਹਾਂ, ਜਦ ਆਤਮਾ ਪਕੜੀ ਜਾਂਦੀ ਹੈ ਤਦ ਇਸ ਨੂੰ ਹਿਸਾਬ ਕਿਤਾਬ ਦੇਣਾ ਪੈਂਦਾ ਹੈ, ਬਚ ਨਹੀਂ ਸਕਦਾ। ਇੱਕੋ ਓੰਕਾਰ ਸਤਿਗੁਰ ਪ੍ਰਸਾਦ। ਵਾਹਿਗੁਰੂ ਕੇਵਲ ਇੱਕ ਹੈ, ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ। ਆਸਾ ਕਰ ਸੀਮਾ ਮਹੱਲਾ ਪਹਿਲਾ। ਪਹਿਲੇ ਪਾਤਸ਼ਾਹੀ ਗੁਰੂ ਨਾਨਕ ਦੇਵ ਮਹਾਰਾਜ ਜੀ ਫਰਮਾਨ ਕਰਦੇ ਨੇ, ਮਨ ਮੋਤੀ ਜੈ ਗਹਿਣਾ ਹੋਵੇ, ਪਵਨ ਹੋਵੇ ਸੂਤ ਧਾਰੀ, ਖਿਨ ਸਿਗਾਰੀ ਕਾਮਣ ਤਿਨ ਪੈਰੈ ਰਾਵੈ ਲਾਲ ਪਿਆਰੀ। ਮਹਾਰਾਜ ਜੀ ਕਹਿੰਦੇ ਜੇਕਰ ਜੇਵਰ ਵਰਗੇ ਆਪਣੇ ਮਨ ਦੇ ਮਾਨਕ ਨੂੰ ਸਵਾਸ ਦੇ ਤਾਗੇ ਵਿੱਚ ਪਰੋ ਲਵੋ, ਜੇਕਰ ਉਹ ਜਵੇਹਰ ਵਰਗੇ ਆਪਣੇ ਮਨ ਨੂੰ ਮਾਨਕ ਨੂੰ ਸਵਾਸਾਂ ਦੇ ਤਾਗੇ ਵਿੱਚ ਪਰੋ ਲਵੇ, ਅਤੇ ਪਤਨੀ ਆਪਣੀ ਦੇਹ ਉੱਤੇ ਦਇਆ ਦਾ ਹਾਰ ਸ਼ਿੰਗਾਰ ਕਰੇ, ਹਾਰ ਸ਼ਿੰਗਾਰ ਕਰ ਲਵੇ, ਤਾਂ ਪ੍ਰੀਤਮ ਆਪਣੀ ਲਾਡਲੀ ਨੂੰ ਮਾਣ ਲੈਂਦਾ। ਹਾਰ ਸ਼ਿੰਗਾਰ ਕਾਹਦਾ ਕਰਨਾ? ਆਤਮਾ ਨੇ ਨਾਮ ਦਾ। ਫਿਰ ਉਹ ਵਾਹਿਗੁਰੂ ਪਰਮੇਸ਼ਰ ਮਾਣਦਾ ਹੈ। ਲਾਲ ਬਹੁ ਗੁਣ ਕਾਮਣ ਮੋਹੀ, ਤੇਰੇ ਗੁਣ ਹੋਏ ਨਾ ਅਬਰੀ ਰਹਾਉ। ਹੇ ਮੇਰੇ ਪਿਆਰੇ, ਮੈਂ ਪਤਨੀ ਤੇਰੀਆਂ ਬੜੀਆਂ ਖੂਬੀਆਂ ਤੇ ਪ੍ਰੇਵਤਾ ਹੋ ਗਈ ਹਾਂ। ਤੇਰੀਆਂ ਸ੍ਰੇਸ਼ਟਤਾਈਆਂ ਕਿਸੇ ਹੋਰ ਵਿੱਚ ਪਾਈਆਂ ਨਹੀਂ ਜਾਂਦੀਆਂ। ਰਹਾਉ ਹਰ ਹਰ ਹਾਰ ਕੰਠ ਲੈ ਪਹਿਰੇ, ਦਮੋਦਰ ਦੰਤ ਲਈ, ਕਰ ਕਰ ਕਰਤਾ ਕੰਗਨ ਪਰਹੈ, ਇਨ ਬਿਦ ਚਿਤ ਤੇਰੇ। ਜੇਕਰ ਵੋਟੀ ਸੁਆਮੀ ਦੇ ਨਾਮ ਦੀ ਮਾਲਾ ਨੂੰ ਆਪਣੀ ਗਰਦਨ ਦੁਆਲੇ ਪਾ ਲਵੇ ਅਤੇ ਹਰੀ ਨੂੰ ਆਪਣੇ ਦੰਦਾਂ ਦਾ ਮੰਜਨ ਕਰ ਲਵੇ, ਜੇਕਰ ਉਹ ਸਿਰਜਣਹਾਰ ਨੂੰ ਆਪਣੇ ਹੱਥ ਦਾ ਕੜਾ ਬਣਾ ਲਵੇ, ਬਣਾ ਕੇ ਪਾ ਲਵੇ, ਤਾਂ ਇਸ ਤਰੀਕੇ ਨਾਲ ਉਹ ਆਪਣੇ ਮਨ ਨੂੰ ਰੋਕ ਲਵੇਗੀ। ਮਨ ਸੋਧਨ ਕਰ ਮੁੰਦਰੀ ਪਹਿਰੈ, ਪਰਮੇਸ਼ਰ ਪਟ ਲਈ, ਧੀਰਜ ਧੜੀ ਬੰਦਾਵੈ ਕਾਮਣ, ਸ੍ਰੀ ਰੰਗ ਸੁਰਮਾ ਦੇ। ਉਹ
ਮਦ ਰਾਖਸ ਨੂੰ ਮਾਰਨ ਵਾਲੇ ਵਾਹਿਗੁਰੂ ਨੂੰ ਆਪਣੇ ਪਾਉਣ ਲਈ ਉਂਗਲੀ ਦੀ ਸਾਂਪ ਬਣਾਵੇ ਅਤੇ ਸ਼੍ਰੋਮਣੀ ਸਾਹਿਬ ਨੂੰ ਰੇਸ਼ਮੀ ਕੱਪੜਿਆਂ ਵਜੋਂ ਪ੍ਰਾਪਤ ਕਰੇ। ਮੁਟਿਆਰ ਸਹਿਨਸ਼ੀਲਤਾ ਦੀ ਮਿੱਡੀ ਗੰਢੇ ਅਤੇ ਪਿਆਰੇ ਦੀ ਵਡਿਆਈ ਕੱਜਲ ਆਪਣੀਆਂ ਅੱਖਾਂ ਵਿੱਚ ਪਾਵੇ। ਮਨ ਮੰਦਰ ਜੇ ਦੀਪਕ ਜਾਲੇ ਕਾਇਆ ਸੇਜ ਕਰੇ। ਗਿਆਨ ਰਾਓ ਜਬ ਸਜ ਆਵੈ ਤਾਂ ਨਾਨਕ ਭੋਗ ਕਰੀ। ਜੇਕਰ ਉਹ ਬ੍ਰਹਮ ਗਿਆਨ ਦਾ ਲੈਂਪ ਨੂੰ ਆਪਣੇ ਚਿੱਤ ਅੰਦਰ ਮਹਿਲ ਅੰਦਰ ਜਗਾ ਲਵੇ ਅਤੇ ਆਪਣੇ ਸਰੀਰ ਦੇਹ ਨੂੰ ਪਲੰਗ ਬਣਾ ਲਵੇ, ਤਦ ਜਦ ਬ੍ਰਹਮ ਵਿਦਿਆ ਦਾ ਪਾਤਸ਼ਾਹ ਹਰੀ ਪਲੰਗ ਉੱਤੇ ਆਉਂਦਾ ਹੈ ਉਦੋਂ ਉਸ ਨੂੰ ਮਾਣਦਾ ਹੈ। ਆਸਾ ਮਹਲਾ ਪਹਿਲਾ। ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਜੀ ਫਰਮਾਨ ਕਰਦੇ ਆ, ਕੀਤਾ ਹੋਵੇ ਕਰੇ ਕਰਾਇਆ ਤਿਸ ਕਿਆ ਕਹੀਏ ਭਾਈ। ਜੋ ਕਿਸ ਕਰਨਾ ਸੋ ਕਰ ਰਹਿਆ ਕੀਤੇ ਕਿਆ ਚਤਰਾਈ। ਸਤਿਗੁਰੂ ਜੀ ਕਹਿੰਦੇ ਸਿਰਜਿਆ ਹੋਇਆ ਉਹ ਕੁਝ ਕਰਦਾ ਹੈ, ਜੋ ਉਸ ਤੋਂ ਕਰਾਇਆ ਜਾਂਦਾ ਹੈ ਆਪਾਂ ਉਸ ਨੂੰ ਕੀ ਆਖ ਸਕਦੇ ਹਾਂ। ਇਹ ਭਰਾਵਾ, ਉਹ ਵਾਹਿਗੁਰੂ ਪਰਮੇਸ਼ਰ ਨੇ ਸਾਨੂੰ ਸਿਰਜਿਆ ਹੈ, ਜੋ ਕੁਝ ਕਰਾਉਂਦਾ ਉਹੀ ਬੰਦਾ ਕਰਦਾ। ਜਿਹੜਾ ਕੁਝ ਸਾਈਂ ਨੇ ਕਰਨਾ ਹੈ ਉਸ ਨੂੰ ਉਹ ਕਰ ਰਿਹਾ ਹੈ। ਕੀਤੇ ਹੋਏ ਦੀ ਸਿਆਣਪ ਕੀ ਕਰ ਸਕਦੀ। ਹੁਣ ਜਿਹੜਾ ਕੁਝ ਪਰਮੇਸ਼ਰ ਨੇ ਕਰ ਦਿੱਤਾ ਉਹ ਉਹਦੇ ਕੀਤੇ ਹੋਏ ਤੇ ਫਿਰ ਆਪਣੀ ਸਿਆਣਪ ਕੀ ਕਰ ਸਕਦੀ ਆ। ਤੇਰਾ ਹੁਕਮ ਭਲਾ ਤੁਧ ਭਾਵੈ ਨਾਨਕ ਤਾਂ ਕੋ ਮਿਲੀ ਵਡਾਈ। ਸਾਚੇ ਨਾਮ ਸਮਾਵੈ ਰਹਾਉ। ਕਹਿੰਦੇ ਤੇਰਾ ਭਾਣਾ ਮੈਨੂੰ ਮਿੱਠਾ ਲੱਗਦਾ ਹੈ। ਹੇ ਵਾਹਿਗੁਰੂ, ਇਹ ਤੈਨੂੰ ਚੰਗਾ ਲੱਗਦਾ ਹੈ। ਨਾਨਕ ਕੇਵਲ ਉਸ ਨੂੰ ਹੀ ਇੱਜ਼ਤ ਪ੍ਰਾਪਤ ਹੁੰਦੀ ਹੈ ਜੋ ਸਤਨਾਮ ਵਾਹਿਗੁਰੂ ਅੰਦਰ ਲੀਨ ਰਹਿੰਦਾ ਹੈ। ਜਿਹੜੇ ਵਾਹਿਗੁਰੂ ਪਰਮੇਸ਼ਰ ਦੇ ਅੰਦਰ ਲੀਨ ਰਹਿੰਦੇ ਨੇ ਨਾ, ਆਪਣੀ ਆਤਮਾ ਨੂੰ ਪ੍ਰਮਾਤਮਾ ਦੇ ਨਾਲ ਜੋੜ ਕੇ ਰੱਖਦੇ ਨੇ, ਭੇਦ ਕਰਕੇ ਰੱਖਦੇ ਨੇ, ਉਹਨਾਂ ਨੂੰ ਵਾਹਿਗੁਰੂ ਪਰਮੇਸ਼ਰ ਨਿਤ ਨਵੀਆਂ ਵਡਿਆਈਆਂ ਬਖਸ਼ਦਾ। ਆਖੋ ਸਤਨਾਮ। ਨਿਤ ਨਵੀਆਂ ਵਡਿਆਈਆਂ ਬਖਸ਼ਦਾ ਹੈ। ਕਿਰਤ ਪਿਆ ਪਰਵਾਨਾ ਲਿਖਿਆ ਬੌੜ ਹੁਕਮ ਨਾ ਹੋਈ। ਜੈਸਾ ਲਿਖਿਆ ਤੈਸਾ ਪੜਿਆ ਮੇਟ ਨਾ ਸਕੈ ਕੋਈ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਜਿਹੋ ਜਿਹਾ ਲਿਖਿਆ ਹੋਇਆ ਹੁਕਮ ਹੈ ਅਸੀਂ ਉਹ ਜਿਹੇ ਅਮਲ ਕਮਾਉਂਦੇ ਹਾਂ। ਹੁਕਮ ਨੂੰ ਕੋਈ ਮੋੜ ਨਹੀਂ, ਟਾਲ ਨਹੀਂ ਸਕਦਾ। ਆਖੋ ਸਤਨਾਮ। ਉਹ ਪਰਮੇਸ਼ਰ ਦੇ ਹੁਕਮ ਨੂੰ ਕੋਈ ਟਾਲ ਨਹੀਂ ਸਕਦਾ, ਮੋੜ ਨਹੀਂ ਸਕਦਾ। ਜੋ ਲਿਖਿਆ ਹੈ ਉਸੇ ਤਰ੍ਹਾਂ ਕਰਦੇ ਆ। ਜੈਸਾ ਲਿਖਿਆ ਤੈਸਾ ਪੜਿਆ ਮੇਟ ਨਾ ਸਕੇ ਕੋਈ। ਜਿਹੋ ਜਿਹਾ ਲਿਖਤਕਾਰ ਹੈ ਉਹ ਜਹੀ ਹੈ ਆਪ ਵਾਪਰਦੀ, ਕੋਈ ਵੀ ਇਸ ਨੂੰ ਮੇਟ ਨਹੀਂ ਸਕਦਾ।
ਜਿਹੜੀ ਪਰਮੇਸ਼ਰ ਨੇ ਲਿਖਤਕਾਰ ਲਿਖ ਦਿੱਤੀ ਨਾ, ਉਹਨੂੰ ਕੋਈ ਵੀ ਮੇਟ ਨਹੀਂ ਸਕਦਾ। ਜੋ ਵਾਹਿਗੁਰੂ ਪਰਮੇਸ਼ਰ ਨੇ ਲਿਖ ਦਿੱਤਾ ਕੋਈ ਨਹੀਂ ਮੇਟ ਸਕਦਾ। ਦੂਸਰੇ ਪਾਸੇ ਮਿਟ ਵੀ ਜਾਂਦਾ ਹੈ। ਤੁਸੀਂ ਕਹੋਗੇ ਨਾਲੇ ਕਹਿੰਦੇ ਵੀ ਮਿਟਦਾ ਨਹੀਂ ਹੈ ਨਾਲੇ ਮਿਟ ਜਾਂਦਾ, ਇਹਦਾ ਕੀ ਚੱਕਰ ਹੈ? ਲਿਖਤਕਾਰ ਵਾਹਿਗੁਰੂ ਪਰਮੇਸ਼ਰ ਨੇ ਲਿਖੀ ਹੈ। ਮਹਾਰਾਜ ਨੇ ਇਹ ਵੀ ਆਖਿਆ ਨਾ, ਮੇਟ ਨਾ ਸਕੈ ਕੋਈ, ਵੀ ਜੋ ਪਰਮੇਸ਼ਰ ਨੇ ਲਿਖ ਦਿੱਤਾ ਉਹਨੂੰ ਹੋਰ ਕੋਈ ਮੇਟ ਨਹੀਂ ਸਕਦਾ। ਜੇ ਮਿਟੂਗਾ ਤਾਂ ਇੱਕ ਗੁਰੂ ਹੀ ਹੈ ਜਿਹਨੇ ਲਿਖਿਆ, ਉਹੀ ਮੇਟ ਸਕਦਾ। ਆਖੋ ਸਤਨਾਮ। ਭਾਵ ਕਿ ਹੋਰ ਨਹੀਂ ਕੋਈ ਮੇਟ ਸਕਦਾ। ਇੱਕੋ ਇੱਕ ਦੁਆਰਾ ਹੈ ਜਿੱਥੇ ਭਾਗ ਲਿਖਾਏ ਜਾਂਦੇ ਨੇ ਤੇ ਭਾਗ ਮਿਟਾਏ ਜਾਂਦੇ ਨੇ। ਆਖੋ ਸਤਨਾਮ। ਆ ਸੰਗਤ ਅਸੀਂ ਕਾਦੇ ਵਾਸਤੇ ਕਰਦੇ ਆ? ਨਾਮ ਕਾਦੇ ਵਾਸਤੇ ਜਪਦੇ ਆ? ਜਿਹੜੇ ਸਾਡੇ ਮਾੜੇ ਕਰਮ ਨੇ, ਪਿਛਲੇ ਜਨਮ ਦੇ ਮਾੜੇ ਕਰਮ ਨੇ, ਜਿਹੜੇ ਮਾੜੇ ਮੋਟੇ ਰਹਿ ਗਏ ਨੇ, ਤਾਂ ਗੁਰਮੁਖ ਪਿਆਰਿਓ ਉਹ ਮਾੜੇ ਕਰਮਾਂ ਨੂੰ ਮਿਟਣ ਵਾਸਤੇ ਹੀ ਆ ਸਾਨੂੰ ਮਨੁੱਖਾ ਜਨਮ ਮਿਲਿਆ। ਇਹਦੇ ਵਿੱਚ ਅਸੀਂ ਮੇਟ ਸਕਦੇ ਹਾਂ ਆਪਣੇ ਮਾੜੇ ਕਰਮਾਂ ਨੂੰ, ਨਾਮ ਜਪ ਕੇ, ਸਿਮਰਨ ਕਰਕੇ, ਬੰਦਗੀ ਕਰਕੇ, ਭਜਨ ਕਰਕੇ। ਗੁਰੂ ਦੇ ਚਰਨਾਂ ਵਿੱਚ ਆਪਾਂ ਆਉਣੀ ਐਸੇ ਕਰਕੇ, ਸੱਚੇ ਪਾਤਸ਼ਾਹ ਖੋਟੇ ਕਰਮਾਂ ਵਾਲੀ ਰੇਖਾ ਮੇਰੀ ਮੇਟ ਦਿਓ, ਚੰਗੇ ਚੰਗੇ ਲੇਖ ਲਿਖ ਦਿਓ। ਮਹਾਰਾਜ ਜੀ ਕਹਿੰਦੇ ਭਾਈ, ਜੇ ਕੋ ਦਰਗਹਿ ਬਹੁਤਾ ਬੋਲੇ, ਨਾਉ ਪਵੈ ਬਜਾਰੀ। ਸਤਰੰਜ ਬਾਜੀ ਪੱਕੈ ਨਾਹੀ, ਕੱਚੀ ਆਵੈ ਸਾਰੀ। ਜੇਕਰ ਕੋਈ ਸਭਾ ਵਿੱਚ ਬਹੁਤਾ ਬੋਲਦਾ ਹੈ, ਉਹ ਮਖੌਲੀਆ ਆਖਿਆ ਜਾਂਦਾ ਹੈ। ਜੋ ਕੋਈ ਬੰਦਾ ਬਹੁਤਾ ਬੋਲਦਾ, ਆਪਾਂ ਕਹਿੰਦਾ ਬੜਾ ਮਖੌਲੀਆ ਬਈ, ਬੜੇ ਮਖੌਲ ਕਰਦਾ। ਉਸ ਤਰੰਜ ਦੀ ਖੇਡ ਵਿੱਚ ਜੁੜਦਾ ਨਹੀਂ ਅਤੇ ਉਸ ਦੀਆਂ ਗੋਟੀਆਂ ਪੱਗਦੀਆਂ ਨਹੀਂ। ਨਾ ਕੋ ਪੜਿਆ ਪੰਡਤ ਬੀਨਾ, ਨਾ ਕੋ ਮੂਰਖ ਮੰਦਾ। ਮੰਦੀ ਅੰਦਰ ਸਿਫਤ ਕਰੇ, ਤਾਕੋ ਕਹੀਏ ਬੰਦਾ। ਮਹਾਰਾਜ ਜੀ ਕਹਿੰਦੇ ਆਪਣੇ ਤੌਰ ਉੱਤੇ ਕੋਈ ਜਣਾ ਵਿਦਵਾਨ, ਆਲਮ ਜਾਂ ਅਕਲਮੰਦ ਨਹੀਂ ਹੈ, ਅਤੇ ਨਾ ਹੀ ਕੋਈ ਬੇਕੂਫ ਜਾਂ ਬੁਰਾ ਹੈ। ਆਪਣੇ ਆਪ ਨਾ ਤਾਂ ਕੋਈ ਅਕਲਮੰਦ ਹੈ, ਨਾ ਹੀ ਕੋਈ ਬੇਕੂਫ ਤੇ ਬੁਰਾ ਹੈ। ਜਦ ਉਹ ਦਾਸ ਭਾਵ ਨਾਲ ਸਾਹਿਬ ਦੀ ਪ੍ਰਸ਼ੰਸਾ ਕਰਦਾ, ਕੇਵਲ ਤਦ ਹੀ ਉਹ ਇਨਸਾਨ ਆਖਿਆ ਜਾਂਦਾ। ਜਦੋਂ ਵਾਹਿਗੁਰੂ ਪਰਮੇਸ਼ਰ ਦੀ ਪ੍ਰਸ਼ੰਸਾ ਕਰਦਾ। ਆਸਾ ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਜੀ ਫਰਮਾਨ ਕਰਦੇ ਹਨ, ਗੁਰ ਕਾ ਸ਼ਬਦ ਮਨੈ ਮਹੇ, ਮੁੰਦਰਾ ਖਿੰਤਾ ਖਿਮਾ ਢਾਬੋ। ਜੋ ਕਿਸ ਕਰੈ ਭਲਾ ਕਰਮਨੁ, ਸਹਿਜ ਜੋਗ ਨਿਧ ਪਾਵੋ। ਗੁਰਾਂ ਦੀ ਕਲਮ ਦੀਆਂ ਮੇਰੇ ਚਿੱਤ ਅੰਦਰ ਮੁੰਦਰਾ ਹਨ, ਅਤੇ ਮੈਂ ਸਹਿਨਸ਼ੀਲਤਾ ਦੀ ਗੋਦੜੀ ਪਹਿਨਦਾ ਹਾਂ। ਸਹਿਨਸ਼ੀਲਤਾ ਦੀ ਗੋਦੜੀ ਪਹਿਨਦਾ ਹਾਂ।
ਜੋ ਕਿਸ ਪ੍ਰਭੂ ਕਰਦਾ ਹੈ ਉਸ ਨੂੰ ਮੈਂ ਚੰਗਾ ਕਰਕੇ ਮੰਨਦਾ ਹਾਂ। ਇਸ ਤਰ੍ਹਾਂ ਮੈਂ ਜੋਗ ਦੇ ਖਜ਼ਾਨੇ ਨੂੰ ਸੁਖੈਨ ਹੀ ਪ੍ਰਾਪਤ ਕਰ ਲਵਾਂਗਾ। ਬਾਬਾ ਜੁਗਤਾ ਜੀਓ ਜੁਗੋ ਜੁਗ ਜੋਗੀ ਪਰਮ ਤੰਤ ਮੈਂ ਜੋਗੰ। हे ਪਿਤਾ, ਇਸ ਤਰ੍ਹਾਂ ਜੁੜੀ ਹੋਈ ਆਤਮਾ ਸਾਰੇ ਜੁਗਾਂ ਅੰਦਰ ਜੋਗੀ ਹੈ। ਇਹ ਮਹਾਨ ਤਤ ਅੰਦਰ ਲੀਨ ਹੋ ਜਾਂਦੀ ਹੈ। ਭਾਵ ਕਿ ਉਹ ਵਾਹਿਗੁਰੂ ਪਰਮੇਸ਼ਰ ਅੰਦਰ ਜੁਗਾ ਜਗੰਤਰਾਂ ਤੱਕ ਇਹ ਪਰਮੇਸ਼ਰ ਅੰਦਰ ਲੀਨ ਰਹਿੰਦੀ। ਆਖੋ ਸਤਨਾਮ। ਅੰਮ੍ਰਿਤ ਨਾਮ ਨਿਰੰਜਨ ਪਾਇਆ, ਗਿਆਨ ਕਾਇਆ ਰਸ ਭੋਗੰ ਰਹਾਉ। ਮਹਾਰਾਜ ਜੀ ਕਹਿੰਦੇ ਜਿਸ ਨੂੰ ਪਵਿੱਤਰ ਪ੍ਰਭੂ ਦਾ ਸੁਦਾ ਸਰੂਪ ਨਾਮ ਪ੍ਰਾਪਤ ਹੋਇਆ ਹੈ, ਵਾਹਿਗੁਰੂ ਪਰਮੇਸ਼ਰ ਦਾ ਨਾਮ ਪ੍ਰਾਪਤ ਹੋਇਆ ਹੈ, ਉਸ ਦੀ ਦੇਹ ਸਰੀਰ ਬ੍ਰਹਮ ਗਿਆਨ ਦਾ ਆਨੰਦ ਮਾਣਦਾ। ਬ੍ਰਹਮ ਗਿਆਨ ਦਾ ਆਨੰਦ ਮਾਣਦਾ ਹੈ। ਸਿਵ ਨਗਰੀ ਮੈਂ ਆਸਨ ਬੈਸੋ, ਕਲਪ ਤਿਆਗੀ ਬਾਦੰ। ਸਿੰਘੀ ਸ਼ਬਦ ਸਦਾ ਤੁਨ ਸੁਹੈ, ਐਨਸ ਪੂਰੈ ਨਾਦੰ। ਉਹ ਇੱਛਾ ਤੇ ਬਖੇੜੇ ਛੱਡ ਦਿੰਦਾ ਹੈ। ਇੱਛਾ ਨਹੀਂ ਕੋਈ ਮਨ ਦੇ ਵਿੱਚ ਰਹਿੰਦੀ। ਜਿਹੜੇ ਨਾਮ ਜਪਣ ਵਾਲੀਆਂ ਆਤਮਾ ਨੇ ਨਾ, ਬੰਦਗੀ ਕਰਨ ਵਾਲੀਆਂ ਆਤਮਾ ਨੇ, ਉਹਨਾਂ ਦੇ ਮਨ ਦੀ ਆਪਣੀ ਕੋਈ ਇੱਛਾ ਨਹੀਂ ਹੁੰਦੀ। ਪਰ ਲੇਕਿਨ ਇੱਛਾ ਪੂਰੀਆਂ ਸਾਰੀਆਂ ਹੋ ਜਾਂਦੀਆਂ ਨੇ। ਵਾਹਿਗੁਰੂ ਪਰਮੇਸ਼ਰ ਇੱਛਾ ਸਾਰੀਆਂ ਪੂਰੀਆਂ ਕਰ ਦਿੰਦਾ, ਰਹਿਣ ਨਹੀਂ ਦਿੰਦਾ ਕੋਈ। ਤਾਂ ਗੁਰਮੁਖ ਪਿਆਰਿਓ, ਮਹਾਰਾਜ ਜੀ ਕਹਿੰਦੇ ਉਹ ਇੱਛਾ ਤੇ ਬਖੇੜੇ ਛੱਡ ਦਿੰਦਾ ਹੈ ਅਤੇ ਸੁਆਮੀ ਦੇ ਸਹਿਰ ਆਤਮ ਮੰਡਲ ਅੰਦਰ ਧਿਆਨ ਅਵਸਥਾ ਵਿੱਚ ਬੈਠਦਾ ਹੈ। ਆਖੋ ਸਤਨਾਮ। ਭਾਵ ਕਿ ਜਿਹੜੀ ਆਪਣੀ ਬਿਰਤੀ ਆ ਉਹ ਸੱਚਖੰਡ ਦੇ ਨਾਲ ਜੋੜਦਾ। ਸੱਚਖੰਡ ਦੇ ਵਿੱਚ ਕੌਣ ਆ? ਸੱਚਖੰਡ ਬਸੈ ਨਿਰੰਕਾਰ। ਜਿਹੜਾ ਸੱਚਖੰਡ ਦੇ ਵਿੱਚ ਨਿਰੰਕਾਰ ਵਸਦਾ ਹੈ, ਆਪਣੀ ਬਿਰਤੀ ਨੂੰ, ਆਪਣੀ ਆਤਮਾ ਨੂੰ ਉਹ ਨਿਰੰਕਾਰ ਦੇ ਨਾਲ ਜੋੜ ਲੈਂਦਾ। ਉਹਦੇ ਧਿਆਨ ਅਵਸਥਾ ਦੇ ਵਿੱਚ ਉਹ ਬੈਠਦਾ ਹੈ। ਸਿੰਘੀ ਦੀ ਆਵਾਜ਼ ਤੋਂ ਇੱਕ ਅਨੰਤ ਤੇ ਸੁੰਦਰ ਲੈ ਸੁਰ ਉਤਪੰਨ ਹੁੰਦੀ ਹੈ, ਜੋ ਰਾਤ ਦਿਨ ਉਸ ਨੂੰ ਰੱਬੀ ਕੀਰਤਨ ਨਾਲ ਪਰਿਪੂਰਨ ਰੱਖਦੀ ਹੈ। ਜਿਹੜੀ ਲੈ ਆ ਨਾ ਰੱਬੀ ਕੀਰਤਨ ਦੀ, ਉਹ ਗੁਰਮੁਖ ਪਿਆਰਿਓ ਰੱਬ ਦੇ ਪਿਆਰਿਆਂ ਅੰਦਰ, ਨਾਮ ਜਪਣ ਵਾਲੀਆਂ ਆਤਮਾ ਦੇ ਅੰਦਰ ਨਾਮ ਦੀ ਕੀਰਤੀ ਦੀ ਧੁਨ ਗੂੰਜਦੀ ਰਹਿੰਦੀ। ਆਖੋ ਸਤਨਾਮ। ਆ ਜਿਵੇਂ ਹੁਣ ਆਪਾਂ ਗੁਰਬਾਣੀ ਸੁਣ ਰਹੇ ਆ, ਆਪਣੇ ਕੰਨਾਂ ਦੇ ਵਿੱਚ ਨਾਮ ਦੀਆਂ ਧੁਨੀਆਂ, ਗੁਰੂ ਦੀ ਕੀਰਤੀ ਦੀਆਂ ਆਵਾਜ਼ਾਂ ਗੂੰਜ ਰਹੀਆਂ ਨੇ ਨਾ। ਆ ਭੋਗ ਪੈ ਜਾਣਾ ਬਾਹਰਲੇ ਤੌਰ ਤੇ, ਤਾਂ ਭੋਗ ਪੈ ਜਾਣਾ 6:15 ਵਜੇ, ਪਰ ਜਿਹੜੀਆਂ ਆਤਮਾ ਦੇ ਨਾਮ ਦੀਆਂ ਰੰਗੀਆਂ ਰੂਹਾਂ ਨੇ, ਪਰਮੇਸ਼ਰ ਦੇ ਨਾਮ ਦੇ ਵਿੱਚ ਰੰਗੀਆਂ ਰੂਹਾਂ ਨੇ, ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕਦੇ ਭੋਗ ਨਹੀਂ ਪੈਂਦਾ। ਆਖੋ ਸਤਨਾਮ। ਉਹ ਚੱਲਦੀ ਰਹਿੰਦੀਆਂ ਨੇ। ਅਨਹਦ ਵਾਜੇ ਉਹਨਾਂ ਦੇ ਅੰਦਰ, ਅਨਹਦ ਵਾਜੇ ਵੱਜਦੀ ਰਹਿੰਦੇ ਨੇ। ਆਖੋ ਸਤਨਾਮ। ਅੰਦਰ ਗੁਰਬਾਣੀ ਦੀਆਂ ਵਿਚਾਰਾਂ ਹੀ ਚੱਲਦੀਆਂ ਰਹਿੰਦੀਆਂ ਨੇ, ਨਾਮ ਦੀਆਂ ਵਿਚਾਰਾਂ ਚੱਲਦੀਆਂ ਰਹਿੰਦੀਆਂ ਨੇ। ਉਹਨਾਂ ਦੇ ਅੰਦਰ ਐਸੀਆਂ ਵਿਚਾਰਾਂ ਸਦਾ ਹੀ ਚੱਲਦੀਆਂ ਰਹਿੰਦੀਆਂ ਨੇ। ਤਾਂ ਗੁਰਮੁਖ ਪਿਆਰਿਓ, ਆਤਮਾ ਬ੍ਰਹਮ ਮੰਡਲ
ਅੰਦਰ ਧਿਆਨ ਅਵਸਥਾ ਵਿੱਚ ਬਹਿੰਦੀ ਹੈ। ਸਿੰਘੀ ਦੀ ਆਵਾਜ਼ ਤੋਂ ਇੱਕ ਅਨੰਤ ਤੇ ਸੁੰਦਰ ਲੈ ਉਤਪੰਨ ਹੁੰਦੀ ਆ। ਜਿਹੜੇ ਕਹਿੰਦੇ ਨੇ ਨਾ ਵੀ ਸਾਨੂੰ ਜੀ ਗੁਰਬਾਣੀ ਦਾ ਸਾਨੂੰ ਸਮਝ ਨਹੀਂ ਲੱਗਦੀ, ਸਾਨੂੰ ਗੁਰਬਾਣੀ ਸਮਝ ਨਹੀਂ ਲੱਗਦੀ, ਨਾ ਸਾਨੂੰ ਪੜ੍ਹੀ ਜਾਂਦੀ ਆ, ਸਾਡਾ ਭਲਾ ਕਿਵੇਂ ਹੋਵੇਗਾ। ਜਿਹੜੀ ਗੁਰਬਾਣੀ ਦੀ ਧੁਨੀ ਆ ਨਾ, ਧੁਨੀ ਲੈ, ਜਦੋਂ ਅਸੀਂ ਲੈ ਸੁਣਦੇ ਆ, ਗੁਰਬਾਣੀ ਦੀ ਧੁਨੀ ਸੁਣਦੇ ਆ, ਧੁਨੀ ਸੁਣਨ ਦੇ ਨਾਲ ਹੀ ਪ੍ਰਮਾਤਮਾ ਦੇ ਵਿੱਚ ਲੀਨ ਹੋ ਜਾਂਦਾ। ਆਖੋ ਸਤਨਾਮ। ਮਿਊਜ਼ਿਕ ਕਾਹਦੇ ਵਾਸਤੇ ਵੱਜਦੇ ਨੇ? ਸਾਜ਼। ਉਹ ਸਾਜ਼ ਮਨ ਨੂੰ ਟਿਕਾ ਦਿੰਦੇ ਨੇ, ਮਨ ਟਿਕ ਜਾਂਦਾ। ਧੁਨ ਜਿਹੜੀ ਨਾ, ਉਹ ਧੁਨ ਦੇ ਨਾਲ ਜੁੜ ਜਾਂਦਾ। ਤਾਂ ਗੁਰਮੁਖ ਪਿਆਰੇ ਪ੍ਰਮਾਤਮਾ ਦੇ ਨਾਲ ਜੁੜ ਜਾਂਦਾ ਹੌਲੀ ਹੌਲੀ। ਕੀ ਕਹਿੰਦੇ ਨੇ ਅੱਗੇ ਸੁਣੋ। ਪਤ ਵਿਚਾਰ ਗਿਆਨੀ ਮਤ ਡੰਡਾ, ਵਰਤਮਾਨ ਬਿਭੂਤੰ। ਸਿਮਰਨ ਉਸ ਦਾ ਪਿਆਲਾ, ਬ੍ਰਹਮ ਵਿਚਾਰ ਅਤੇ ਉਸ ਦਾ ਸੰਪਰਦਾਇ ਛੋਟਾ ਹੈ। ਸੁਆਮੀ ਦੀ ਹਜ਼ੂਰੀ ਵਿੱਚ ਬਸਣਾ ਉਸ ਦੀ ਸੁਆਹ ਹੈ। ਹਰ ਕੀਰਤ ਰਹਿ ਰਾਸ ਹਮਾਰੀ, ਗੁਰਮੁਖ ਪੰਥ ਅਤੀਤੰ। ਮਹਾਰਾਜ ਜੀ ਕਹਿੰਦੇ ਵਾਹਿਗੁਰੂ ਦੀ ਸਿਫਤ ਸਲਾਹ ਮੇਰੀ ਰਹੁ ਰੀਤੀ ਹੈ ਅਤੇ ਉਸ਼ਟ ਕ੍ਰਿਸ਼ਟ ਗੁਰਾਂ ਦਾ ਰਸਤਾ ਮੇਰਾ ਪਵਿੱਤਰ ਮਜ਼ਹਬ ਹੈ। ਵਾਹਿਗੁਰੂ ਦੀ ਸਿਫਤ ਸਲਾਹ ਮੇਰੀ ਰਹੁ ਰੀਤੀ ਹੈ। ਸਗਲ ਜੋਤ ਹਮਾਰੀ ਸਮਿਆ ਨਾਨਾ ਵਰਨ ਅਨੇਕੰ। ਕਹਿੰਦੇ ਸੁਆਮੀ ਦਾ ਨੂਰ ਸਾਰੇ ਅੰਦਰ ਵੇਖਣਾ, ਮੇਰੀਆਂ ਬਾਹਾਂ ਦੀ ਟਿਕ ਟਿਕੀ ਬੈਰਾਗਣ ਹੈ। ਇਸ ਦੇ ਮੁਖ ਤਲਿਪ ਅਤੇ ਬੜੇ ਰੰਗ ਹਨ। ਕਹੋ ਨਾਨਕ ਸੁਣ ਪਰਥਰ ਜੋਗੀ, ਪਾਰ ਬ੍ਰਹਮ ਲਿਵ ਏਕੰ। ਕਹਿੰਦੇ ਗੁਰੂ ਜੀ ਆਖਦੇ ਹਨ, ਹੇ ਭੰਗੀਰਥ ਜੋਗੀ, ਤੂੰ ਸਰਵਣ ਕਰ, ਮੈਂ ਕੇਵਲ ਸ਼੍ਰੋਮਣੀ ਸਾਹਿਬ ਨੂੰ ਹੀ ਪਿਆਰ ਕਰਦਾ ਹਾਂ। ਕਹੋ ਨਾਨਕ ਸੁਣ ਭਰਥਰ ਜੋਗੀ। ਭਰਥਰੀ ਜੋਗੀ ਨੂੰ ਕਹਿੰਦੇ ਨੇ, ਕਹਿੰਦੇ ਸੁਣ, ਤੂੰ ਸੁਣ, ਮੈਂ ਇੱਕ ਕੇਵਲ ਸ਼੍ਰੋਮਣੀ ਸਾਹਿਬ ਨੂੰ ਹੀ ਪਿਆਰ ਕਰਦਾ ਹਾਂ। ਆਸਾ ਮਹੱਲਾ ਪਹਿਲਾ। ਗੁੜ ਕਰ ਧਿਆਨ, ਗੁੜ ਕਰ ਗਿਆਨ, ਧਿਆਨ ਕਰ ਧਾਵੈ, ਕਰ ਕਰਨੀ ਕਸ ਪਾਈਐ। ਪਾਠੀ ਭਵਨ ਪ੍ਰੇਮ ਕਾ ਪੋਚਾ, ਇਤ ਰਸ ਅਮਿਓ ਚੁਆਈਐ। ਤੂੰ ਬ੍ਰਹਮ ਬੋਧ ਨੂੰ ਆਪਣਾ ਸਿਰੀ ਬਣਾ ਲਾ, ਸਿਮਰਨ ਨੂੰ ਮਹੀਏ ਦੇ ਫੁੱਲ ਬਣਾ ਲਾ। ਉਹਨਾਂ ਵਿੱਚ ਚੰਗੇ ਅਮਲਾਂ ਦੀ ਕਮਾਈ ਨੂੰ ਖਮੀਰ ਉਠਾਉਣਾ ਵਾਲੇ ਸਕ ਵਜੋਂ ਪਾਲਾ। ਪਾਠਕ ਪਵਨ ਪ੍ਰੇਮ ਕਾ ਪੋਚਾ, ਇਤ ਰਸ ਅਮਿਓ ਚੁਆਈਐ। ਈਮਾਨ ਨੂੰ ਆਪਣੀ ਭੱਠੀ ਤੇ ਪ੍ਰੀਤ ਨੂੰ ਆਪਣਾ ਲੇਪ ਬਣਾ। ਇਸ ਤਰੀਕੇ ਨਾਲ ਮਿੱਠਾ ਅੰਮ੍ਰਿਤ ਕਸੀਦ ਕੀਤਾ ਕੱਢਿਆ ਜਾਂਦਾ ਹੈ। ਅੰਮ੍ਰਿਤ ਮਿੱਠਾ। ਅੰਮ੍ਰਿਤ ਪੀਵੋ ਸਦਾ ਚਿਰ ਜੀਵੋ।
ਅੱਜ ਲੋਕੀ ਅੰਮ੍ਰਿਤ ਤੇ ਵੀ ਉਂਗਲੀਆਂ ਕਰਦੇ ਨੇ। ਜੋ ਗੁਰੂ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਖੰਡੇ ਬਾਟੇ ਦਾ ਅੰਮ੍ਰਿਤ ਬਖਸ਼ਿਆ ਨਾ, ਅੱਜ ਇਹੋ ਜਿਹੇ ਪ੍ਰਚਾਰਕ ਲੋਕ ਵੀ ਦੇਖੇ ਨੇ ਜਿਹੜੇ ਅੰਮ੍ਰਿਤ ਦੇ ਉੱਤੇ ਟਿੱਕਾ ਟਿੱਪਣੀਆਂ ਕਰਦੇ ਨੇ। ਕਹਿੰਦੇ ਜੀ ਅੰਮ੍ਰਿਤ ਪੀ ਕੇ ਤਾਂ ਬੰਦਾ ਜਿਹਦਾ ਸ਼ੂਗਰ ਵੱਧਦਾ ਉਹ ਤਾਂ ਅੰਮ੍ਰਿਤ ਵੇਖ ਕੇ ਹੀ ਮਰ ਜੂ। ਕਹਿੰਦੇ ਮਹਾਰਾਜ ਜੀ ਕਹਿੰਦੇ ਅੰਮ੍ਰਿਤ ਪੀਵੇ ਸਦਾ ਚਿਰਜੀਵ ਹੈ। ਅੰਮ੍ਰਿਤ ਸਤਿਗੁਰਾਂ ਦੀ ਉਹ ਬਖਸ਼ਿਸ਼ ਹੈ ਜਿਨ੍ਹਾਂ ਗੁਰਮੁਖ ਪਿਆਰਿਓ ਬੁਝ ਦਿਲਾਂ ਨੂੰ ਸੂਰਮੇ ਬਣਾ ਦਿੱਤਾ, ਤਾਕਤ ਭਰ ਦਿੱਤੀ। ਚਿੜੀ ਨੇ ਅੰਮ੍ਰਿਤ ਦੇ ਵਿੱਚੋਂ ਚੁੰਝ ਭਰੀ, ਚੁੰਝ ਭਰ ਕੇ ਚਿੜੀ ਨੇ ਬਾਜ ਦਾ ਮੁਕਾਬਲਾ ਕੀਤਾ। ਆਖੋ ਸਤਨਾਮ। ਅੰਮ੍ਰਿਤ ਪੀ ਕੇ ਸਿੱਖ ਚੜ੍ਹਦੀਆਂ ਕਲਾਂ ਦੇ ਵਿੱਚ ਹੋਏ ਨੇ, ਹਰ ਥਾਵੇਂ ਡਟਦੇ ਨੇ ਫਿਰ ਚੜ੍ਹਦੀ ਕਲਾ ਵਾਲੇ ਸਿੰਘ। ਕਾਦੀ ਸ਼ਕਤੀ ਹੈ ਅੰਮ੍ਰਿਤ ਦੀ। ਬਾਬਾ ਦੀਪ ਸਿੰਘ ਜੀ ਬਿਨਾਂ ਸੀਸ ਤੋਂ ਲੜੇ ਨੇ। ਦੇਖੋ ਕਾਦੇ ਲਈ, ਕਾਦੀ ਸ਼ਕਤੀ ਸੀ। ਖੰਡੇ ਬਾਟੇ ਦੇ ਅੰਮ੍ਰਿਤ ਦੀ ਸ਼ਕਤੀ ਸੀ। ਮਹਾਰਾਜ ਨੇ ਕਿਹਾ ਸੀ ਨਾ, ਚਿੜੀਆਂ ਤੋਂ ਮੈਂ ਬਾਜ ਤੜਾਊਂ, ਤਵੇ ਗੋਬਿੰਦ ਸਿੰਘ ਨਾਮ ਕਹਾਊਂ। ਫੇਰ ਕਹਾਊਂਗਾ ਗੋਬਿੰਦ ਸਿੰਘ। ਚਿੜੀਆਂ ਤੋਂ ਬਾਜ ਤੜਾਏ ਨੇ ਕਿ ਨਹੀਂ? ਫਿਰ ਬਾਜ ਚਿੜੀ ਨੇ ਬਾਟੇ ਦੇ ਵਿੱਚੋਂ ਚੁੰਝ ਭਰ ਕੇ ਪੀਤੀ ਅੰਮ੍ਰਿਤ ਦੀ, ਬਾਜ ਦੇ ਨਾਲ ਮੁਕਾਬਲਾ ਕੀਤਾ। ਚਿੜੀ ਨਿੱਕੀ ਜਿਹੀ ਬਾਜ ਕਿੱਡਾ ਤਾਂ ਗੁਰਮੁਖ ਪਿਆਰਿਓ ਬਾਜ ਦੀਆਂ ਨੇਰੀਆਂ ਲਿਆਤੀਆਂ ਚਿੜੀ ਨੇ। ਆਖੋ ਸਤਨਾਮ। ਜਦੋਂ ਦੇਖਿਆ ਵੀ ਇਹ ਅੰਮ੍ਰਿਤ ਤਾਂ ਇੰਨਾ ਤੇਜ਼ ਹੋ ਗਿਆ, ਜਦੋਂ ਸਿੱਖ ਪੀਣਗੇ ਇਹ ਤਾਂ ਆਪਸ ਦੇ ਵਿੱਚ ਲੜ ਕੇ ਮਰ ਜਾਣਗੇ। ਫਿਰ ਮਾਤਾ ਸਾਹਿਬ ਕੌਰ ਨੇ ਅੰਮ੍ਰਿਤ ਦੇ ਵਿੱਚ ਪਤਾਸੇ ਪਾਏ, ਝੋਲੀ ਦੇ ਵਿੱਚ ਪਤਾਸੇ ਲਿਆ ਕੇ ਅੰਮ੍ਰਿਤ ਦੇ ਬਾਟੇ ਵਿੱਚ ਪਾਏ। ਉਦੋਂ ਤੋਂ ਫਿਰ ਇਹ ਜੋ ਪਤਾਸਿਆਂ ਵਾਲੀ ਮਰਿਆਦਾ ਉਦੋਂ ਤੋਂ ਪ੍ਰਚਲਿਤ ਹੋਈ। ਪੰਜ ਪਿਆਰਿਆਂ ਨੂੰ ਖੰਡੇ ਬਾਟੇ ਦਾ ਅੰਮ੍ਰਿਤ, ਸਭ ਤੋਂ ਪਹਿਲਾਂ ਪੰਜ ਪਿਆਰਿਆਂ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ ਗਿਆ। ਸਭ ਤੋਂ ਪਹਿਲਾਂ ਜਿਹੜਾ ਅੰਮ੍ਰਿਤ ਸੀ ਉਹ ਚਿੜੀ ਨੇ ਚੱਖਿਆ ਤੇ ਬਾਜ ਨੂੰ ਢਾਹ ਕੇ ਬਾਜ ਦਾ ਨਾਸ਼ ਕਰ ਦਿੱਤਾ। ਉਹਦੇ ਵਿੱਚ ਪਤਾਸੇ ਪਾ ਕੇ ਮਾਤਾ ਜੀ ਨੇ ਮਿੱਠਾ ਕੀਤਾ। ਫਿਰ ਪੰਜ ਪਿਆਰਿਆਂ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ। ਪੰਜ ਪਿਆਰਿਆਂ ਨੂੰ ਐਵੇਂ ਨਹੀਂ ਖੰਡੇ ਬਾਟੇ ਦਾ ਅੰਮ੍ਰਿਤ ਛਕਾਤਾ, ਸੀਸ ਧੜ ਦੇ ਨਾਲੋਂ ਲੱਗ ਕੀਤੇ ਗਏ। ਸੀਸ ਧੜ ਦੇ ਨਾਲੋਂ ਲੱਗ ਕੀਤੇ ਗਏ, ਲੱਗ ਕੀਤੇ ਗਏ ਤੇ ਬਾਅਦ ਦੇ ਵਿੱਚ ਇੱਕ ਦੂਸਰੇ ਦਾ ਧੜ ਦੂਸਰੇ ਦੇ ਨਾਲ ਜੋੜ ਦਿੱਤਾ। ਹੁਣ ਸ਼ੰਕਾਵਾਨ ਇਹ ਤੇ ਵੀ ਸ਼ੰਕਾ ਕਰ ਲੈਂਦਾ ਵੀ ਐ ਕਿਵੇਂ ਹੋ ਜਾਊਗਾ ਜੀ। ਕੱਲ ਮੈਂ ਆਪਣੇ ਕਕਰਾਲੇ ਸਕੂਲ ਦੇ ਵਿੱਚ ਗਿਆ, ਉੱਥੇ ਮੇਰੀ ਉਹ ਪ੍ਰਿੰਸੀਪਲ ਦੇ ਨਾਲ ਵਿਚਾਰ ਚੱਲ ਗਈ। ਵਿਚਾਰ ਵੀ ਇੰਨੀ ਲੰਬੀ ਚੱਲ ਗਈ ਗੁਰਬਾਣੀ ਤੌਰ ਤੇ ਵੀ 1 ਘੰਟਾ ਹੀ ਲੰਘ ਗਿਆ। ਉਹ ਕਹਿੰਦੇ ਜੀ ਤੁਹਾਡੀਆਂ ਅਸੀਂ ਵਿਚਾਰਾਂ ਮੋਬਾਈਲ ਰਾਹੀਂ ਤਾਂ ਸੁਣਦੇ ਹੁੰਦੇ ਆ ਰੋਜ਼, ਪਰ ਸ਼ੁਕਰ ਹੋ ਗਿਆ ਰੱਬ ਦਾ ਤੁਸੀਂ ਅੱਜ ਸਾਹਮਣੇ ਮਿਲ ਗਏ। ਜਿਉਂ ਅਸੀਂ ਲੱਗੇ ਜੀ ਉੱਥੇ 1 ਘੰਟਾ ਲੰਘ ਗਿਆ ਪੂਰਾ ਵਿਚਾਰਾਂ ਕਰਦੇ ਕਰਦੇ। ਬੜੀਆਂ ਡੂੰਘੀਆਂ ਉਹਨੇ ਵਿਚਾਰਾਂ ਸੁਣਾਈਆਂ ਵੀ ਤੇ ਸੁਣੀਆਂ ਵੀ। ਮੈਂ ਵੀ ਹੈਰਾਨ ਰਹਿ ਗਿਆ ਵੀ ਇੰਨਾ ਗਿਆਨ ਬੰਦੇ ਨੇ। ਇਸ ਕਰਕੇ ਗੁਰਮੁਖ ਪਿਆਰਿਓ ਉਹ ਕਹਿੰਦਾ ਜੀ ਇਹ ਦੱਸੋ ਵੀ ਜਦੋਂ ਪੰਜ ਪਿਆਰਿਆਂ ਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸੀਸ ਲਿਆ ਤੇ ਸੀਸ ਉਹ ਸਾਰਿਆਂ ਦੇ ਸਾਹਮਣੇ ਵੱਡੇ ਨੇ ਜਾਂ ਤੰਬੂ ਦੇ ਵਿੱਚ ਵੱਡੇ ਨੇ, ਉਹ ਸੀਸ ਦੀ ਜਿਹੜੇ ਵੀ ਉਹ ਇੱਕ ਦੂਸਰੇ ਦੇ ਧੜ ਨਾਲ ਲਾਏ ਨੇ ਕਿ ਜਿਹੜੇ ਜਿਹੜੇ ਦਾ ਸੀਸ ਸੀ ਉਹ ਧੜ ਦੇ ਨਾਲ ਜੋੜੇ ਨੇ। ਇਹ ਦੱਸੋ ਮੈਨੂੰ, ਕਹਿੰਦਾ ਜੀ।
ਉਹਨੂੰ ਕਿਹਾ ਵੀ ਇਸ ਤਰ੍ਹਾਂ ਕਰਕੇ ਆ ਜੀ ਵੀ ਜੋ ਸੀਸ ਲਏ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ, ਉਹ ਸਟੇਜ ਦੇ ਉੱਤੇ ਚੜ੍ਹ ਕੇ ਸ੍ਰੀ ਸਾਹਿਬ ਨੰਗੀ ਕਰਕੇ ਸਾਰਿਆਂ ਦੇ ਸਾਹਮਣੇ ਇੱਕ ਸੀਸ ਦੀ ਮੰਗ ਕੀਤੀ। ਇੱਕ ਸਿੰਘ ਉੱਠਿਆ, ਉਹਨੇ ਹੱਥ ਜੋੜ ਕੇ ਆਖਿਆ ਸਿਰ ਹਾਜ਼ਰਾ। ਤਾਂ ਉਸ ਸਮੇਂ ਸਾਰਿਆਂ ਦੇ ਸਾਹਮਣੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਹਦਾ ਸੀਸ ਧੜ ਦੇ ਨਾਲੋਂ ਜੁਦਾ ਕਰ ਦਿੱਤਾ। ਦੂਸਰਾ, ਜਦੋਂ ਇੱਕ ਸਿੰਘ ਦਾ ਸੀਸ ਧੜ ਦੇ ਨਾਲੋਂ ਜੁਦਾ ਕੀਤਾ, 80,000 ਦਾ ਇਕੱਠ ਸੀ। 80,000 ਦਾ ਇਕੱਠ ਆਨੰਦਪੁਰ ਸਾਹਿਬ ਦੀ ਧਰਤੀ ਤੇ ਜਦੋਂ ਸੀਸ ਦਾ ਧੜ ਦੇ ਨਾਲੋਂ ਸੀਸ ਜੁਦਾ ਕੀਤਾ, ਸਾਰੀ ਹਲਚਲੀ ਮਚ ਗਈ। ਅੱਧੇ ਮੇਰੇ ਵਰਗੇ ਡਰਦੇ ਨਾ ਨੀਵੀਂ ਜਿਹੀ ਪਾ ਕੇ ਬੈਠ ਕੇ, ਤਾਂ ਨੂੰ ਅੱਖੇ ਨੀਚੇ ਚੱਕਦੇ ਵੀ ਜੇ ਮਹਾਰਾਜ ਕਣੀ ਦੇਖਿਆ ਵੀ ਜਦੀ ਕਹਿਣਗੇ ਆ ਜਾ ਵੀ ਤੂੰ ਆ ਜਾ, ਸਾਰੇ ਨੀਵੀਂ ਪਾ ਲਈ। ਮਹਾਰਾਜ ਜੀ ਨੇ ਦੂਸਰੀ ਆਵਾਜ਼ ਦਿੱਤੀ, ਕਹਿੰਦੇ ਆਓ ਇੱਕ ਸੀਸ ਦੀ ਹੋਰ ਲੋੜ ਆ। ਤੀਸਰੀ ਆਵਾਜ਼ ਮਾਰੀ, ਦੂਸਰਾ ਸਿੰਘ ਉੱਠਿਆ, ਗਲ ਚ ਪੱਲੂ ਪਾ ਕੇ ਹਾਜ਼ਰ ਹੋਇਆ। ਮਹਾਰਾਜ ਜੀ ਨੇ ਡੌਲੇ ਤੋਂ ਫੜਿਆ, ਉਹਦਾ ਸੀਸ ਵੀ ਧੜ ਦੇ ਨਾਲੋਂ ਜੁਦਾ ਕਰ ਦਿੱਤਾ। ਹੋਰ ਡਰ ਗਏ ਕਈ, ਜਿਹੜੇ ਮੇਰੇ ਵਰਗੇ ਦੇਗਾਂ ਸਗਨ ਵਾਲੇ ਸੀ ਨਾ, ਉਹ ਅੱਖ ਜੀ ਬਚਾ ਕੇ ਖਿਸਕਣੋਂ ਸ਼ੁਰੂ ਹੋ ਗਿਆ। ਆਖੋ ਸਤਨਾਮ। ਜਾ ਕੇ ਮਾਤਾ ਗੁਜਰ ਕੌਰ ਦੇ ਕੋਲ ਕਹਿੰਦੇ, ਮਾਤਾ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਪਤਾ ਨਹੀਂ ਕੀ ਹੋ ਗਿਆ, ਨੇਤਰ ਉਹਨਾਂ ਦੇ ਲਾਲ ਨੇ, ਬੜੇ ਵੀਰ ਰਸ ਦੇ ਵਿੱਚ ਨੇ, ਬੜੇ ਵੀਰ ਰਸ ਦੇ ਵਿੱਚ ਨੇ, ਸਿੰਘਾਂ ਦੇ ਸਿਰੇ ਵੱਢੀ ਜਾਂਦੇ ਨੇ। ਆਖੋ ਸਤਨਾਮ। ਮਾਤਾ ਗੁਜਰ ਕਹਿੰਦੀ ਜੋ ਉਹ ਕਰਦੇ ਨੇ ਠੀਕ ਹੀ ਕਰਦੇ ਹੋਣਗੇ, ਜੋ ਉਹ ਕਰਦੇ ਨੇ ਉਹ ਅਕਾਲ ਪੁਰਖ ਦੇ ਹੁਕਮ ਦੇ ਵਿੱਚ ਕਰਦੇ ਨੇ, ਠੀਕ ਹੀ ਕਰਦੇ ਹੋਣਗੇ। ਜਿਹੜੇ ਦੇਗਾਂ ਸਕਣ ਵਾਲੇ ਸੀ ਉਹ ਗੁਰਮੁਖ ਪਿਆਰੇ ਪੰਡਾਲ ਤੋਂ ਬਾਹਰ ਹੋ ਗਏ ਵੀ ਕਿਤੇ ਸਾਡੇ ਇਕਲੀ ਨਾ ਉਂਗਲੀ ਹੋ ਜਾਏ ਸਿਆਣਾ। ਦੂਸਰਾ, ਤੀਸਰੀ ਆਵਾਜ਼ ਮਾਰੀ ਤੀਸਰੇ ਸਿੰਘ ਦੀ, ਚੌਥੇ ਸਿੰਘ ਦਾ, ਪੰਜਵੇਂ ਸਿੰਘ ਦਾ ਸੀਸ ਧੜ ਦੇ ਨਾਲੋਂ ਜੁਦਾ ਕਰ ਦਿੱਤਾ। ਤਾਂ ਗੁਰਮੁਖ ਪਿਆਰਿਓ, ਉਹ ਜਿਹੜੇ ਇੱਕ ਦੂਸਰੇ ਜਿਹੜਾ ਧੜ ਸੀ ਉਹ ਇੱਕ ਦੂਸਰੇ ਦੇ ਨਾਲ ਲਾ ਕੇ, ਤਾਂ ਗੁਰਮੁਖ ਪਿਆਰਿਓ ਸਤਿਗੁਰੂ ਮਹਾਰਾਜ ਜੀ ਨੇ ਜਲ ਦਾ ਸਿੱਟਾ ਮਾਰ ਕੇ, ਉੱਠ ਭਾਈ ਦਿਆ ਸਿੰਘ, ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਦੂਸਰੇ ਦਾ ਧੜ ਦੂਸਰੇ ਦੇ ਨਾਲ ਲਾ ਦਿੱਤਾ, ਤਾਂ ਉੱਠ ਕੇ ਫਤਿਹ ਬੁਲਾਉਂਦੇ। ਇਸੇ ਤਰ੍ਹਾਂ ਪੰਜੇ ਸਿੰਘਾਂ ਨੂੰ ਜੀਵਤ ਕਰ ਦਿੱਤਾ ਮਹਾਰਾਜ ਜੀ ਨੇ। ਉਹਨਾਂ ਦੇ ਫਿਰ ਕੇਸਰੀ ਰੰਗ ਦੇ ਬਾਣੇ ਪਵਾ ਕੇ, ਜਿਵੇਂ ਪੰਜ ਪਿਆਰਿਆਂ ਦੇ ਹੁਣ ਬਾਣਾ ਪਾਇਆ ਹੁੰਦਾ ਨਾ ਕੇਸਰੀ ਰੰਗ ਦੇ, ਤੰਬੂ ਦੇ ਵਿੱਚ ਪਿੱਛੇ ਲਿਜਾ ਕੇ, ਜੀਵਤ ਕਰਕੇ ਤੰਬੂ ਦੇ ਵਿੱਚ ਲਿਜਾ ਕੇ ਉਹਨਾਂ ਦੇ ਕੇਸਰੀ ਰੰਗ ਦੇ ਬਾਣੇ ਪਵਾ ਕੇ ਸਿੰਘ ਸਜਾ ਕੇ, ਤਾਂ ਗੁਰਮੁਖ ਪਿਆਰਿਓ ਸਾਰਿਆਂ ਦੇ 80,000 ਦੇ ਇਕੱਠ ਵਿੱਚ ਕੁਛ ਤਾਂ ਬਾਹਰ ਭੱਜ ਕੇ ਡਰਦੇ ਮਾਰੇ, ਕੁਝ ਕੁ ਗੁਰਮੁਖ ਪਿਆਰੇ ਜਿਹੜੇ ਬੈਠੇ ਸਨ ਉਹਨਾਂ ਦੇ ਸਾਰਿਆਂ ਦੇ ਸਾਹਮਣੇ ਪੇਸ਼ ਕਰ ਦਿੱਤੇ। ਆਖੋ ਸਤਨਾਮ। ਮੈਂ ਕੱਲ ਸੁਣਾ ਰਿਹਾ ਸੀ ਵੀ ਉਹ ਪੇਸ਼ ਕਰ ਦਿੱਤੇ ਸਾਰੇ, ਵੀ ਸਿਰ ਇੱਕ ਦੂਸਰੇ ਦਾ ਧੜ ਦੇ ਨਾਲ ਜਿਹੜਾ ਲਾਹਿਆ ਸੀ ਉਹ ਇੱਕ ਦੂਸਰੇ ਦੇ ਨਾਲ ਜੋੜ ਦਿੱਤਾ ਸੀ। ਪੰਜੇ ਸਰਜੀਤ ਕਰਕੇ ਬਾਣੀ ਪਵਾ ਕੇ ਪੰਜ ਪਿਆਰਿਆਂ ਦੇ ਰੂਪ ਦੇ ਵਿੱਚ ਸਟੇਜ ਦੇ ਉੱਤੇ ਲੈ ਕੇ ਆਂਦੇ। ਤਾਂ ਗੁਰਮੁਖ ਪਿਆਰਿਓ, ਉਦੋਂ ਫਿਰ ਪੰਜ ਸਿੰਘਾਂ ਨੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕੀਤਾ ਸੀ। ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰਕੇ ਪੰਜ ਸਿੰਘਾਂ ਨੂੰ ਛਕਾਇਆ। ਪਹਿਲਾਂ ਅੰਮ੍ਰਿਤ ਦੀ ਪਰਖ ਕੀਤੀ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ। ਚਿੜੀ ਨੂੰ ਅੰਮ੍ਰਿਤ ਪਿਲਾਇਆ, ਬਾਜ ਦੇ ਨਾਲ ਲੜਾਇਆ। ਚਿੜੀ ਨੂੰ ਅੰਮ੍ਰਿਤ ਪਿਲਾ ਕੇ ਦੇਖਿਆ ਵੀ ਕਿੰਨੀ ਕੁ ਸ਼ਕਤੀ ਆ। ਫਿਰ ਗੁਰਮੁਖ ਪਿਆਰੇ ਅੰਮ੍ਰਿਤ ਪਿਲਾ ਕੇ ਬਾਜ ਦੇ ਨਾਲ ਲੜਾਇਆ। ਬਾਜ ਦੀਆਂ ਨੇਰੀਆਂ ਲਿਆਤੀਆਂ ਚਿੜੀ ਨੇ। ਆਖੋ ਸਤਨਾਮ। ਨਿੱਕੀ ਜੀ ਚਿੜੀ, ਬਾਜ ਕਿੱਡਾ।
फिर पंज प्यारिਆਂ ਨੂੰ वाहिगुरु जदों चिड़ी ने आवाज ਨੂੰ ਢਾ ਲਿਆ, बुरा हाल कर दिता, फिर माता ਸਾਹਿਬ ਕੌਰ जी ने ਅੰਮ੍ਰਿਤ ਦੇ ਵਿੱਚ ਪਤਾਸੇ ਪਏ ਸੀ ਵੀ ਜਿੱਥੇ ਖਾਲਸੇ ਦੇ ਵਿੱਚ ਵੀਰ ਆਸਾ ਨਾ ਉੱਥੇ ਮਠਿਆਸ ਵੀ ਆਉਣੀ ਜ਼ਰੂਰੀ। ਆਖੋ ਸਤਨਾਮ। ਜਿਹੜਾ ਗੁਰੂ ਕਾ ਖਾਲਸਾ ਨਾ ਉਹਦੇ ਵਿੱਚ ਮਠਿਆਸ ਵੀ ਇੰਨੀ ਹੁੰਦੀ ਆ, ਜੇ ਕਿਤੇ ਵੀਰ ਆਸਾ ਜੇ ਨਾ ਲੋੜ ਪੈਣ ਤੇ ਫਿਰ ਉਹ ਗੁਰਮੁਖ ਪਿਆਰਿਓ ਦਬਦਾ ਵੀ ਨਹੀਂ ਹੈ ਕਿਸੇ ਤੋਂ। ਆਖੋ ਸਤਨਾਮ। ਮਠਿਆਸ ਵੀ ਇੰਨੀ ਭਰ ਦਿੱਤੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਵੀ ਬਾਹਲੀ ਮਿੱਠਾ ਕਰ ਦਿੱਤਾ ਅੰਮ੍ਰਿਤ ਵਰਗਾ। ਤੇ ਗੁਰਮੁਖ ਪਿਆਰਿਓ ਵੀਰ ਰਸ ਵੀ ਇੰਨਾ ਭਰ ਦਿੱਤਾ ਕਿ ਫਿਰ ਦਬਾਇਆ ਵੀ ਦਬਦਾ ਨਹੀਂ ਹੈ। ਆਖੋ ਸਤਨਾਮ। ਦੇਖਦੇ ਨਾ ਤੁਸੀਂ ਸਿੰਘ ਜਿਹੜੇ ਕਿੱਡੇ ਕਿੱਡੇ ਮੋਰਚੇ, ਜਿਵੇਂ ਲੌਂਗੋਵਾਲ ਦੇ ਪਿੰਡ ਦੇ ਵਿੱਚ ਦੇਖੋ ਸਿੰਘਾਂ ਨੇ ਸੰਤ ਬਾਬਾ ਬਲਜੀਤ ਸਿੰਘ ਜੀ ਦਾਦੂ ਸਾਹਿਬ ਵਾਲਿਆਂ ਮਹਾਂਪੁਰਸ਼ਾਂ ਨੇ ਮੋਰਚਾ ਲਾਇਆ ਹੋਇਆ। ਉੱਥੇ ਰੋਜ਼ ਹਜ਼ਾਰਾਂ ਦੀ ਗਿਣਤੀ ਵਿੱਚ ਸਿੰਘ ਇਕੱਠੇ ਹੁੰਦੇ ਨੇ, ਰੋਜ਼ ਚੱਲ ਰਿਹਾ ਜਿੰਨਾ ਚਿਰ ਲਗਾਤਾਰ। ਹਰਮੰਦਰ ਸਾਹਿਬ ਦੀ ਧਰਤੀ ਤੇ ਪਿੰਡ ਕਲਿਆਣ ਤੇ ਇਸ ਤਰ੍ਹਾਂ ਬੜੇ ਥਾਂ ਪਰ ਥਾਂ ਮੋਰਚੇ ਲੱਗਦੀ ਰਹਿੰਦੇ ਨੇ, ਪਰ ਕਿਰਪਾ ਹੁੰਦੀ ਰਹਿੰਦੀ ਆ, ਸਿੰਘਾਂ ਦੀ ਫਤਿਹ ਹੁੰਦੀ ਹੈ, ਜਿੱਤ ਹੁੰਦੀ ਆ, ਮਹਾਰਾਜ ਕਿਰਪਾ ਕਰਦਾ। ਫਿਰ ਗੁਰਮੁਖ ਪਿਆਰਿਓ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾਇਆ। ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾ ਕੇ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬੇਨਤੀ ਕੀਤੀ, ਐ ਪੰਥ ਖਾਲਸਾ ਜੀ ਮੇਰੇ ਤੇ ਵੀ ਮਿਹਰ ਕਰੋ, ਮੈਨੂੰ ਵੀ ਖੰਡੇ ਵੱਟ ਦਾ ਅੰਮ੍ਰਿਤ ਛਕਾਓ। ਆਖੋ ਸਤਨਾਮ। ਮੈਂ ਵੀ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣ ਜਾਵਾਂ। ਪਹਿਲਾਂ ਮਹਾਰਾਜ ਜੀ ਨੂੰ ਗੋਬਿੰਦ ਰਾਏ ਕਹਿੰਦੇ ਹੁੰਦੇ ਸੀ, ਗੋਬਿੰਦ ਰਾਏ। ਪੰਜਾਂ ਪਿਆਰਿਆਂ ਨੇ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਕਿਹਾ, ਸਤਿਗੁਰੂ ਅਸੀਂ ਅੰਮ੍ਰਿਤ ਦੀ ਖਾਤਰ ਆਪਣੇ ਸੀਸ ਦਿੱਤੇ ਨੇ, ਅਸੀਂ ਅੰਮ੍ਰਿਤ ਦੀ ਖਾਤਰ ਆਪਣੇ ਸੀਸ ਦਿੱਤੇ ਨੇ, ਤੁਸੀਂ ਦੱਸੋ ਕੀ ਦਿਓਗੇ। ਮਹਾਰਾਜ ਜੀ ਕਹਿੰਦੇ, ਸਿੰਘੋ ਤੁਸੀਂ ਸੀਸ ਦਿੱਤੇ ਨੇ, ਮੇਰਾ ਵੀ ਸੀਸ ਹਾਜ਼ਰਾ, ਮੇਰਾ ਵੀ ਸੀਸ ਹਾਜ਼ਰਾ। ਪੰਜ ਪਿਆਰੇ ਨੇ ਬੇਨਤੀ ਕੀਤੀ, ਸਤਿਗੁਰੂ ਸਿੱਖ ਵੀ ਸਿਰ ਦੇਵੇ ਅਤੇ ਗੁਰੂ ਵੀ ਸਿਰ ਦੇਵੇ ਤੇ ਚੇਲਾ ਵੀ ਸਿਰ ਦੇਵੇ, ਫਿਰ ਬਹੁਤਾ ਫਰਕ ਨਹੀਂ ਹੈ। ਆਖੋ ਸਤਨਾਮ। ਬਹੁਤਾ ਫਰਕ ਨਹੀਂ। ਜਿਵੇਂ ਹੁਣ ਆਪਾਂ ਕਹਿੰਦੇ ਵੀ ਗੁਰਦੁਆਰਾ ਸਾਹਿਬ ਦਾ ਪ੍ਰਧਾਨ ਆ ਜੀ, ਜੇ ਪਿੰਡ ਦਾ ਨਗਰ ਦਾ ਸਰਪੰਚ ਆ, ਗੁਰਦੁਆਰੇ ਦੀ ਢਾਲ ਆ, ਜੇ ਹੋਰ ਨੇ 25-25 ਰੁਪਏ ਦਿੱਤਾ, ਜੇ ਪ੍ਰਧਾਨ ਵੀ 25,000 ਦੇਵੇ, ਫਿਰ ਫਰਕ ਕੀ ਰਹਿ ਗਿਆ। ਫਿਰ ਤਾਂ ਕੋਈ ਫਰਕ ਨਹੀਂ ਰਿਹਾ ਵੀ ਪ੍ਰਧਾਨ ਵੱਡਾ ਹੁੰਦਾ ਨਾ ਵੱਧ ਦੇਣੇ ਚਾਹੀਦੇ ਨੇ। ਉਹ ਕਹਿੰਦੇ ਵੀ ਫਿਰ ਤੁਹਾਡੇ 'ਚ ਫਰਕ ਕੀ ਆ। ਸਿੱਖ ਨੇ ਵੀ ਸਿਰ ਦਿੱਤਾ ਤੇ ਗੁਰੂ ਵੀ ਸਿਰ ਦੇ ਰਿਹਾ। ਕਹਿੰਦੇ ਇੰਜ ਨਹੀਂ ਗੱਲ ਬਣਨੀ। ਮਹਾਰਾਜ ਜੀ ਕਹਿੰਦੇ, ਸਿੰਘੋ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਆ ਅੰਮ੍ਰਿਤ ਦੀ ਖਾਤਰ ਆਪਣਾ ਸਰਬੰਸ ਦਾਨ ਕਰ ਦਿਆਂਗਾ। ਆਖੋ ਸਤਨਾਮ। ਮੈਂ ਸਾਰਾ ਹੀ ਸਰਬੰਸ ਦਾਨ ਕਰ ਦਿਆਂਗਾ ਆ ਸਿੱਖ ਕੌਮ ਦੇ ਲਈ, ਅੰਮ੍ਰਿਤ ਦੇ ਲਈ। ਮੈਨੂੰ ਖੰਡੇ ਵਾਟੇ ਦਾ ਅੰਮ੍ਰਿਤ ਛਕਾਓ। ਹੱਥ ਜੋੜ ਕੇ ਬੇਨਤੀ ਕੀਤੀ, ਖੰਡੇ ਵਾਟੇ ਦਾ ਅੰਮ੍ਰਿਤ ਛਕਾਓ। ਇੱਕ ਸੀਸ ਦੀ ਕੀ ਗੱਲ ਕਰਦੇ ਹੋ। ਮੈਂ ਆਉਣ ਵਾਲੇ ਸਮੇਂ ਦੇ ਵਿੱਚ ਆਪਣਾ ਸਾਰਾ ਸਰਬੰਸ ਹੀ ਦਾਨ ਕਰ ਦਿਆਂਗਾ। ਆਖੋ ਸਤਨਾਮ। ਕੀਤਾ ਕਿ ਨਹੀਂ ਕੀਤਾ। ਚਾਰੇ ਸਾਹਿਬਜ਼ਾਦੇ माता गुजर कौर महल गुरु के और गुरमुख प्यारे सारा सरवंसी दान कर दिता सिख कौम दे लई, अमृत दे लई। खंडे बाटे दा अमृत छकाया गोबिंद राय तो गुरु गोबिंद सिंह महाराज बना दिते। आखो सतनाम।
ਗੋਬਿੰਦ ਰਾਏ ਤੋਂ ਰਾਏ ਸ਼ਬਦ ਕੱਟ ਦਿੱਤਾ ਤੇ ਸਿੰਘ ਸ਼ਬਦ ਪਿੱਛੇ ਲੱਗ ਗਿਆ। ਤਾਈਓ ਕਹਿੰਦੇ ਨੇ ਵੀ ਆਪੇ ਗੁਰ ਆਪੇ ਚੇਲਾ। ਗੁਰੂ ਬਣ ਕੇ ਪੰਜ ਪਿਆਰੇ ਨੂੰ ਅੰਮ੍ਰਿਤ ਛਕਾਇਆ ਤੇ ਚੇਲੇ ਬਣ ਕੇ ਪੰਜ ਪਿਆਰੇ ਤੋਂ ਫਿਰ ਅਖੰਡੇ ਬਾਟੇ ਦਾ ਅੰਮ੍ਰਿਤ ਛਕਿਆ। ਸੋ ਇਸ ਤਰ੍ਹਾਂ ਫਿਰ ਵਿਚਾਰਾਂ ਕੱਲ ਚੱਲੀਆਂ। ਕਹਿੰਦਾ ਜੀ ਬਾਕੀ ਠੀਕ ਆ ਗੱਲ ਤੁਹਾਡੀ, ਜਿਹੜਾ ਮਨ ਚ ਕਹਿੰਦਾ ਮੇਰੇ ਸ਼ੰਕਾ ਸੀ ਉਹ ਦੂਰ ਹੋ ਗਿਆ। ਕਹਿੰਦਾ ਸੋ ਇਸ ਕਰਕੇ ਭਾਈ ਖੰਡੇ ਬਾਟੇ ਦੀ ਪਹੁਲ ਲਵੋ। ਮੈਂ ਨਹੀਂ ਕਹਿੰਦਾ, ਮਹਾਰਾਜ ਕਹਿੰਦੇ ਨਗੁਰੇ ਕਾ ਹੈ ਨਾਉ ਬੁਰਾ। ਜਿਨ੍ਹਾਂ ਨੇ ਖੰਡੇ ਬਾਟੇ ਦਾ ਅੰਮ੍ਰਿਤ ਨਹੀਂ ਸਕਿਆ ਨਾ, ਮੈਂ ਨਹੀਂ ਕਹਿੰਦਾ, ਆਪਣਾ ਗੁਰੂ ਕਹਿੰਦਾ ਭਾਈ ਨਗੁਰੇ ਕਾ ਹੈ ਨਾਉ ਬੁਰਾ। ਗੁਰੂ ਵਾਲੇ ਬਣੀਏ, ਨਗੁਰੇਪਣ ਦੀ ਜੂਠ ਛੱਡ ਦਈਏ। ਸਮਾਂ ਬੜੀ ਰਫ਼ਤਾਰ ਦੇ ਨਾਲ ਭੱਜਿਆ ਜਾਂਦਾ, ਸਮਾਂ ਬੜਾ ਭਿਆਨਕ ਆਉਂਦਾ ਜਾਂਦਾ। ਦੇਖੋ ਸਾਰੀ ਦੁਨੀਆ ਦੇ ਵਿੱਚ ਹਲਚਲੀ ਮੱਚੀ ਪਈ ਹੈ ਨਾ, ਹੈ ਕੋਈ ਬੰਦਾ ਸ਼ਾਂਤ ਅੱਜ ਦੇ ਸਮੇਂ 'ਚ? ਕੋਈ ਨਹੀਂ ਹੈ। ਇਸ ਕਰਕੇ ਅਕਾਲ ਪੁਰਖ ਵਾਹਿਗੁਰੂ ਅੱਗੇ ਅਰਦਾਸਾਂ ਕਰੋ, ਵਾਹਿਗੁਰੂ ਪਰਮੇਸ਼ਰ ਅੱਗੇ ਅਰਦਾਸਾਂ ਕਰੋ। ਸਾਡੀ ਲੋਕਾਂ ਨੇ, ਕਿਸੇ ਮੰਤਰੀਆਂ ਸੰਤਰੀਆਂ ਨੇ, ਕਿਸੇ ਮੋਦੀ ਸੋਦੀ ਨੇ, ਕਿਸੇ ਨੇ ਨਹੀਂ ਸੁਣਨੀ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ 'ਚ ਅਰਦਾਸ ਕਰੋ, ਜੋ ਸਾਰੀ ਸ੍ਰਿਸ਼ਟੀ ਦਾ ਮਾਲਕ ਆ। ਉਹਦੇ ਲਵੇ ਕੋਈ ਆਉਂਦੀ ਨਹੀਂ ਹੈ। ਆਖੋ ਸਤਨਾਮ। ਉਹਦਾ ਕੋਈ ਆਸਰਾ ਨਹੀਂ ਲੈਂਦਾ। ਕਦੇ ਆਪਾਂ ਕਿਧਰੇ ਨੂੰ ਭੱਜਦੇ ਹਾਂ, ਕਦੇ ਕਿਧਰੇ ਨੂੰ, ਕਦੇ ਗੁਰੂ ਵੱਲ ਨੂੰ ਵੀ ਭੱਜ ਲਈਏ। ਗੁਰੂ ਦੇ ਕੋਲ ਵੀ ਇਕੱਠੇ ਹੋ ਕੇ ਗੁਰੂ ਦੇ ਕੋਲ ਵੀ ਆ ਜਾਈਏ। ਸੱਚੇ ਪਾਤਸ਼ਾਹ ਤਹੀਂ ਸ੍ਰਿਸ਼ਟੀ ਸਾਜੀ ਆ, ਹੁਣ ਤੂੰ ਹੀ ਸਾਡਾ ਰਖਵਾਲਾ ਹੈ, ਤੂੰ ਹੀ ਕਿਰਪਾ ਕਰਨੀ ਆ। ਗੁਰੂ ਸਾਰੀਆਂ ਬਖਸ਼ਿਸ਼ਾਂ ਕਰਨ ਵਾਲਾ ਹੈ, ਗੁਰੂ ਸਾਰੀਆਂ ਮਿਹਰਾਂ ਕਰਨ ਵਾਲਾ। ਉਸੇ ਨੇ ਸ੍ਰਿਸ਼ਟੀ ਸਾਜੀ ਆ, ਉਹੀ ਰਖਵਾਲਾ ਹੈ, ਉਹੀ ਦੁੱਖ ਸੁੱਖ ਦਾ ਭਾਈ ਵਾਲਾ ਹੈ। ਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਕਰਿਆ ਕਰੋ ਸਦਾ ਹੀ। ਸੋ ਆਓ ਇੰਨਾ ਕੁ ਸਮਾਂ ਕਰਿਓ ਪ੍ਰਵਾਨ। ਗੁਰਬਾਣੀ ਪੜ੍ਹਦਿਆਂ ਸੁਣਦਿਆਂ ਕੋਲੋਂ ਇੱਕ ਨਹੀਂ ਨੇਕਾਂ ਹੀ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਚੁੱਕਾਂ ਹੋ ਜਾਂਦੀਆਂ ਨੇ। ਸੰਗਤਾਂ ਸਤਿਗੁਰੂ ਜੀ ਬਖਸ਼ਣਹਾਰ ਹਨ। ਅੱਗੋਂ ਵਾਸਤੇ ਸਿਰ ਤੇ ਮੇਰਾ ਬ੍ਰਤ ਰੱਖ ਕੇ ਸੁੱਧ ਸਪਸ਼ਟ ਗੁਰਬਾਣੀ ਪੜ੍ਹਨ ਦੀ, ਸੇਵਾ ਕਰਨ ਦੀ, ਕਥਾ ਕੀਰਤਨ ਕਰਨ ਦੀ ਸੋਝੀ ਆ ਜਾਏ। ਲੋਕ ਸੁਖੀਏ ਪ੍ਰਲੋਕ ਸਹੇਲੇ, ਨਾਨਕ ਹਰ ਪ੍ਰਭ ਆਪੇ ਮਿਲੇ। 5 ਤਰੀਕ ਨੂੰ ਆਪਣੇ ਗੁਰਦੁਆਰਾ ਸਾਹਿਬ ਆਪਾਂ ਸਮਾਗਮ ਕਰ ਰਹੇ ਹਾਂ, ਜੋ ਕਿ ਇੰਟਰਨੈਸ਼ਨਲ ਢਾਡੀ ਸੰਗੀਤਕਾਰ ਮੰਚ ਰਜਿਸਟਰਡ ਪੰਜਾਬ, ਇੰਟਰਨੈਸ਼ਨਲ ਢਾਡੀ ਸੰਗੀਤਕਾਰ ਮੰਚ ਰਜਿਸਟਰਡ ਪੰਜਾਬ ਵੱਲੋਂ 10 ਨੂੰ ਨਾਭੇ ਇਲਾਕੇ ਦਾ ਸਰਪ੍ਰਸਤ ਪ੍ਰਧਾਨ ਦੀ ਸੇਵਾ, ਜਿੰਨੇ ਵੀ ਗੁਰੂ ਘਰ ਨੇ ਉਹਨਾਂ ਦੀ ਦੇਖ ਰੇਖ, ਜਿੰਨੇ ਵੀ ਪਾਠੀ ਸਿੰਘ ਨੇ ਉਹਨਾਂ ਦੀ ਦੇਖ ਰੇਖ, ਲੜਕੀਆਂ ਦੇ, ਗਰੀਬ ਲੜਕੀਆਂ ਦੇ ਪਰਿਵਾਰਾਂ ਦੇ ਵਿਆਹ ਕਰਨੇ, ਉਹਨਾਂ ਦੀ ਮਦਦ ਕਰਨੀ, ਜਾਂ ਕੋਈ ਗਰੀਬ ਪਰਿਵਾਰ ਆ, ਕੋਈ ਰਾਸ਼ਨ ਦੀ ਜਾਂ ਕੋਈ ਇਸ ਤਰ੍ਹਾਂ ਦੀ ਕਿਸੇ ਤਰ੍ਹਾਂ ਦੀ ਵੀ ਪ੍ਰੋਬਲਮ ਹੋਵੇ, ਉਹ ਦਾਸ ਦੀ ਡਿਊਟੀ ਲਗਾਈ ਜਾ ਰਹੀ ਆ। ਤੇ ਨਾਲ ਮੇਰੇ 11 ਸਿੰਘ ਨੇ, ਉਹਨਾਂ ਨੂੰ ਵੀ ਨਿਯੁਕਤ ਕੀਤਾ ਗਿਆ। 5 ਤਰੀਕ ਨੂੰ ਆਪਣੇ ਗੁਰਦੁਆਰਾ ਸਾਹਿਬ ਤੇ ਆਪਾਂ ਪ੍ਰੋਗਰਾਮ ਰੱਖ ਰਹੇ ਆ, ਜਿਹਦੇ ਵਿੱਚ ਵੀ ਸਾਧੂ ਸੰਤ 7-8 ਸਾਧੂ ਸੰਤ ਵੀ ਪਹੁੰਚ ਰਹੇ ਨੇ, ਰਾਗੀ ਢਾਡੀ ਕਵੀਸ਼ਰ ਜਥੇ ਵੀ ਪਹੁੰਚ ਰਹੇ ਨੇ। ਤੇ ਪ੍ਰੋਗਰਾਮ ਆਪਣੇ ਗੁਰਦੁਆਰਾ ਸਾਹਿਬ ਆਪਾਂ ਕਰਾਂਗੇ। ਜ਼ਰੂਰ ਤੁਸੀਂ ਸਾਰੇ ਰਲ ਮਿਲ ਕੇ ਹਾਜ਼ਰੀਆਂ ਭਰਿਓ। ਲੰਗਰ ਦੀ ਸੇਵਾ ਵੀ ਕਰਨੀ ਆ। ਲੰਗਰ ਦੇ ਵਿੱਚ ਤੁਸੀਂ ਯੋਗਦਾਨ ਸਰਦਾ ਸਮਾਨ ਪਾ ਸਕਦੇ ਹੋ। ਆਪਣੇ ਪ੍ਰਬੰਧਕ ਨੇ, ਕਮੇਟੀ ਵਾਲੇ, ਉਹਨਾਂ ਨੂੰ ਸਰਦਾ ਯੋਗ ਮਾਇਆ ਜੋ ਬਣਦੀ ਹੈ ਤਿਲ ਫੁੱਲ, ਕਿਉਂਕਿ ਆਪਣੇ ਨਗਰ ਦੀ ਸਿਰ ਉੱਚਾ ਹੁੰਦਾ ਨਾ। ਜਿੰਨੇ ਵੀ ਸਾਧੂ ਮਹਾਤਮਾ, ਸਾਧੂ ਸੰਤ, ਰਾਗੀ ਢਾਡੀ ਪਹੁੰਚਣਗੇ, ਸੋ ਉਹਨਾਂ ਵਾਸਤੇ ਲੰਗਰ ਪਾਣੀ, ਜਲ ਪਾਣੀ ਦਾ ਆਪਣੇ ਪ੍ਰਬੰਧ ਕਰਨਾ ਹੈ। ਘੱਟੋ ਘੱਟ 100-150 ਜਣਾ ਆਪਣਾ ਸਾਰੇ ਮਿਲਾ ਕੇ ਹੋ ਜਾਣਗੇ। ਸੋ ਸਰਦਾ ਸਮਾਨ ਆਪਣਾ ਮਾਇਆ ਕਰਕੇ ਜ਼ਰੂਰ ਆਪਣਾ ਯੋਗਦਾਨ ਪਾਇਓ। ਆਪਣੇ ਪ੍ਰਬੰਧਕਾਂ ਦੇ ਕੋਲ ਮਾਇਆ ਥੋੜ੍ਹੀ ਜਿੰਨਾ ਕੁ ਹੋ ਸਕਦਾ ਪਹੁੰਚਾ ਦਿਓ, ਕਿਉਂਕਿ ਮੈਨੂੰ ਪਤਾ ਪਹਿਲੀ ਆਪਣੇ ਕਿਸਾਨ ਭਰਾ ਦੁਖੀ ਚੱਲ ਰਹੇ ਨੇ, ਮਾਇਆ ਵੀ ਇਕੱਠੀ ਕਰ ਰਹੇ ਆ ਸਾਰੇ, ਸਾਨੂੰ ਦਰਦ ਮਹਿਸੂਸ ਹੁੰਦਾ। ਸੋ ਇਸ ਕਰਕੇ ਥੋੜ੍ਹਾ ਯੋਗਦਾਨ ਸਾਰੇ ਪਾਇਓ ਆਪਣੇ ਪ੍ਰਬੰਧਕਾਂ ਦੇ ਕੋਲ ਮਾਇਆ ਦਾ, ਉਹਨਾਂ ਨੂੰ ਦੇਵਿਓ। ਸੋ ਲੰਗਰ ਦਾ ਪ੍ਰਬੰਧ ਕਰਾਂਗੇ ਆਪਾਂ, ਸਬਜ਼ੀ ਬਣਾਵਾਂਗੇ ਔਰ ਪ੍ਰਸਾਦਾ ਪਾਣੀ। ਬੀਬੀਆਂ ਨੂੰ ਬੇਨਤੀ ਹੈ ਪ੍ਰਸਾਦੇ ਦੀ ਸੇਵਾ ਕਰਿਓ। ਸੋ 9 ਵਜੇ ਪ੍ਰੋਗਰਾਮ ਸ਼ੁਰੂ ਹੋ ਜਾਣਾ
ਤਕਰੀਬਨ 12:30 ਵਜੇ ਤੱਕ ਚੱਲੇਗਾ। ਕਵੀਸ਼ਰੀ ਜਥੇ ਲੱਗਣਗੇ, ਸਾਧੂ ਸੰਤ ਆਵਣਗੇ, ਕਵੀਸ਼ਰ ਰਾਗੀ ਢਾਡੀ, ਸੋ ਸਾਰਿਆਂ ਨੂੰ ਥੋੜਾ ਥੋੜਾ ਸਮਾਂ ਦਿੱਤਾ ਜਾਵੇਗਾ। ਫਿਰ ਉਦੋਂ ਉਸ ਸਮੇਂ ਭੋਗ ਦੇ ਸਮੇਂ ਤੇ ਜੋ 11 ਮੈਂਬਰੀ ਸਾਡੀ ਕਮੇਟੀ ਬਣਾਈ ਗਈ ਆ ਉਹਨਾਂ ਨੂੰ ਸਿਰਪਾਓ ਦਿੱਤੇ ਜਾਣਗੇ। ਜੋ ਆਪਣੇ ਨਗਰ ਦੀ ਕਮੇਟੀ ਇਹਨਾਂ ਨੂੰ ਸਿਰਪਾਓ ਦਿੱਤੇ ਜਾਣਗੇ। ਸੋ ਹੋਰ ਵੀ ਵੱਖਾਂ ਪਿੰਡਾਂ ਦੇ ਵਿੱਚੋਂ ਜਿਵੇਂ ਆਪਣੇ ਸ਼ੇਰ ਮਾਜਰੇ ਤੋਂ ਪ੍ਰਧਾਨ ਸਾਹਿਬ ਜੀ ਉਹ ਵੀ ਆਣਗੇ, ਪੰਚਾਇਤ ਆਏਗੀ ਤੇ ਆਪਣਾ ਦਫ਼ਤਰੀ ਵਾਲੇ ਤੋਂ ਉੱਥੋਂ ਵੀ ਪ੍ਰਧਾਨ ਸਾਹਿਬ ਤੇ ਪੰਚਾਇਤ ਪਹੁੰਚਣੀ ਆ। ਇਸ ਕਰਕੇ ਸਾਰਿਆਂ ਨਾਲ ਪ੍ਰੇਮ ਆ, ਸਾਰਿਆਂ ਨੇ ਜ਼ਰੂਰ ਕਹਿੰਦੇ ਅਸੀਂ ਜ਼ਰੂਰ ਆਵਾਂਗੇ ਜੀ। ਸੋ ਆਪਾਂ ਨੇ ਰਲ ਮਿਲ ਕੇ ਸਾਰਿਆਂ ਦੀ ਆਓ ਭਗਤ ਕਰਨੀ ਆ, ਸੇਵਾ ਕਰਨੀ ਆ, ਖੁਸ਼ੀਆਂ ਪ੍ਰਾਪਤ ਕਰਨੀਆਂ ਨੇ। ਆਹ ਬੇਨਤੀਆਂ ਪ੍ਰਵਾਨ ਕਰਿਓ ਜੀ। ਲੋਕ ਸੁਖੀਏ ਪਰਲੋਕ ਸਹੇਲੇ, ਨਾਨਕ ਹਰ ਪ੍ਰਭ ਆਪੇ ਮਿਲੇ। ਸ਼ਲੋਕ ਪਵਨ ਗੁਰੂ